ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੱਚੇ ਥਾਨ ਬੈਠੇ ਕਦੇ ਨ ਮਾਹੀ, ਲਗਿਓ ਦੀਵਾਨ ਸੁਹਾਈ ਸ਼ਬਦ ਮਾਏ। ਹਰ ਸਿੰਘ ਗਨ ਬਿਰੜ ਥਿਰ ਸਾਰੀ, ਸਭਨ ਸੁਨਾਵਤ ਬਾਗੋ ਚਾਰੀ। ਚੌਪਈ ਉੱਚੇ ਥਾਨ ਬੈਠੇ ਕਦਨ ਮੈਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਲੋਕ ਪਰਲੋਕ ਦੇ ਰਾਖੇ ਸ਼ਹਿਨਸ਼ਾਹ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਗੁਰੂ ਦਰਬਾਰ ਦੀਆਂ ਵੱਡਿਆਂ ਭਾਗਾਂ ਸਦਕਾ ਹਾਜ਼ਰੀਆਂ ਭਰ ਰਹੀ ਗੁਰੂ ਕੀ ਪਰਮ ਪ੍ਰੀਤਵਾਨ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਹਨ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਖੁੱਲੇ ਦਰਸ਼ਨ ਦੀਦਾਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸਾਨੂੰ ਸਾਰਿਆਂ ਨੂੰ ਨਸੀਬ ਹੋ ਰਹੇ ਨੇ। ਸੰਧਿਆ ਤੇ ਸਜੇ ਹੋਏ ਦੀਵਾਨ ਵਿੱਚ ਆਪ ਜੀ ਨੇ ਗੁਰੂ ਕੇ ਕੀਰਤਨੀय ਸਿੰਘਾਂ ਦੇ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਨਿਤਾ ਪ੍ਰਤੀ ਦੇ ਨਿਯਮ ਦੇ ਮੁਤਾਬਕ ਸ਼ਰਵਣ ਕੀਤਾ ਹੈ। ਉਪਰੰਤ ਗੁਰੂ ਕੇ ਗ੍ਰੰਥੀ ਸਿੰਘਾਂ ਪਾਸੋਂ ਰਹਿਰਾਸ ਸਾਹਿਬ ਜੀ ਦੇ ਪਾਠ ਬੜੇ ਪਿਆਰ ਦੇ ਨਾਲ ਬੈਠ ਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਦੇ ਉੱਤੇ ਜੋ ਲੜੀਵਾਰ ਇਤਿਹਾਸ ਦੀ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਲਿਖਤ ਰੂਪ ਦੇ ਵਿੱਚ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੈ, ਸੋ ਉਹ ਇਤਿਹਾਸ ਦੀ ਕਥਾ ਆਪਾਂ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਦੇ ਉੱਤੇ ਬਿਰਾਜ ਰਹੇ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਨਿਤਾ ਪ੍ਰਤੀ ਤਾਰਦੇ ਹਨ। ਜਿੱਥੇ ਜਿੱਥੇ ਵੀ ਗੁਰੂ ਕੀ ਸੰਗਤ ਨੂੰ ਪਤਾ ਲੱਗਦਾ ਪ੍ਰੇਮੀਓ, ਬਹੁਤ ਸਾਰੇ ਮਾਈ ਭਾਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਐਨ ਦਰਸ਼ਨ ਕਰਨ ਪਹੁੰਚਦੇ ਆ ਜਿਵੇਂ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਿਹੜਾ ਵੀ ਕੋਈ ਮਾਈ ਭਾਈ ਜਿਹੜੀ ਭਾਵਨਾ ਲੈ ਕੇ ਆਉਂਦਾ ਹੈ, ਗੁਰੂ ਨਾਨਕ ਦਾ ਘਰ ਐਸਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਜਿਵੇਂ ਕਾਮ ਧੇਨ ਗਊ ਨੂੰ ਇਹ ਸਨਾਤਨ ਮਤ ਦੇ ਵਿੱਚ ਮੰਨਿਆ ਗਿਆ ਨਾ ਵੀ ਉਹ ਕਾਮਨਾਵਾਂ ਪੂਰਨ ਕਰਦੀ ਹੈ, ਐਸੀ ਗਊ ਹੈ ਸਵਰਗ ਲੋਕ ਦੇ ਵਿੱਚ ਰਹਿਣ ਵਾਲੀ। ਉਹਦੇ ਸਾਹਮਣੇ ਜਿਹੜੀ ਵੀ ਕਾਮਨਾ ਕੀਤੀ ਜਾਵੇ, ਜਿਹੜੀ ਵੀ ਜਾਚਨਾ ਕੀਤੀ ਜਾਵੇ, ਮੰਗ ਮੰਗੀ ਜਾਵੇ ਬੇਨਤੀ ਕਰਕੇ, ਉਹ ਉਸੇ ਵਕਤ ਪੂਰੀ ਕਰ ਦਿੰਦੀ ਹੈ। ਗੁਰੂ ਘਰ ਦੇ ਵਿੱਚ ਕਾਮ ਧੇਨ ਗਊ ਕੀ ਹੈ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਉਹ ਜਿਹੜੀ ਕਾਮ ਧੇਨ ਗਊ ਆ ਨਾ, ਗੁਰੂ ਘਰ ਦੇ ਵਿੱਚ ਸਾਧ ਸੰਗਤ ਹੈ। ਇੱਥੇ ਸਾਧ ਸੰਗਤ ਦੇ ਵਿੱਚ ਆ ਕੇ ਜਿਹੜੀ ਵੀ ਮੰਗ ਗੁਰੂ ਚਰਨਾਂ ਵਿੱਚੋਂ ਮੰਗੀਏ, ਖਾਲਸਾ ਜੀ ਸਤਿਗੁਰੂ ਜੀ ਉਹੀ ਭਾਵਨਾ ਗੁਰੂ ਕੇ ਸਿੱਖ ਦੀ ਪੂਰਨ ਕਰ ਦਿੰਦੇ ਹੈ। ਸੋ ਜਿਹੜੀ ਕਾਮ ਧੇਨ ਗਊ, ਇੱਛਾਵਾਂ ਪੂਰੀਆਂ ਕਰਨ ਵਾਲੀ ਕਪਲਾ ਗਊ, ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਵਸ ਦੇ ਵਿੱਚ ਹੈ। ਉਹਦੇ ਹੁਕਮ ਦੇ ਨਾਲ ਹੀ ਇਹ ਸਾਰੀਆਂ ਕਾਮਨਾਵਾਂ ਸੰਪੂਰਨ ਕਰਦੀ ਹੈ।
ਗੁਰੂ ਨਾਨਕ ਦਾ ਘਰ ਐਸਾ ਜਿਹਨੇ ਜੋ ਮੰਗਿਆ, ਖਾਲੀ ਝੋਲੀ ਲੈ ਕੇ ਕੋਈ ਆਇਆ ਇੱਥੋਂ ਝੋਲੀਆਂ ਭਰ ਕੇ ਜਾਂਦਾ ਹੈ। ਕਬੀਰ ਜਿਹ ਦਰ ਆਵਤ ਜਾਤੇ ਆਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਸੰਗਤਾਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਭਾਵਨਾ ਲੈ ਕੇ ਆਉਂਦੀਆਂ ਵੀ ਇਹ ਦਰ ਤੋਂ ਕੋਈ ਕਦੇ ਖਾਲੀ ਨਹੀਂ ਗਿਆ। ਇਹ ਨਿਮਾਣਿਆਂ ਦਾ ਮਾਣਦਾਰ ਹੈ, ਨਿਤਾਣਿਆਂ ਦਾ ਤਾਣਦਾਰ ਹੈ। ਕੋਈ ਨਿਰਬਲ ਹੋਵੇ ਨਾ, ਉਹਦੇ ਵਿੱਚ ਕੋਈ ਬਲ ਨਾ ਹੋਵੇ, ਕੋਈ ਉਹਨੂੰ ਪੁੱਛਦਾ ਨਾ ਹੋਵੇ। ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਐ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮਰਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ। ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨੂੰ ਚੇਤੇ ਆ ਜੇ, ਵਾਹਿਗੁਰੂ ਦਾ ਸਿਮਰਨ ਕਰੇ, ਵਾਹਿਗੁਰੂ ਤੋਂ ਮੰਗੇ ਮੰਗ ਜਾ ਕੇ, ਉਸ ਦਾਤੇ ਤੋਂ ਜਿਹੜਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਅਣਗਿਣਤ ਭੰਡਾਰਿਆਂ ਦੇ ਮਾਲਕ ਵਾਹਿਗੁਰੂ ਤੋਂ ਜਦੋਂ ਜਾ ਕੇ ਮੰਗਦੇ ਆ ਤੇ ਇਹਨਾਂ ਭੰਡਾਰਿਆਂ ਵਿੱਚੋਂ ਉਹ ਵਾਹਿਗੁਰੂ ਦੇ ਹੀ ਜਾਂਦਾ, ਬਖਸ਼ਿਸ਼ਾਂ ਕਰੀ ਜਾਂਦਾ। ਔਰ ਇਹਨਾਂ ਭੰਡਾਰਿਆਂ ਵਿੱਚ ਕਦੇ ਤੋਟ ਨਹੀਂ ਆਉਂਦੀ, ਤੋਟ ਨਾ ਆਵੇ ਵੱਧਦੋ ਜਾਈ, ਵਾਧਾ ਹੀ ਹੁੰਦਾ ਜਾਂਦਾ, ਕਦੇ ਤੋਟ ਨਹੀਂ ਆਉਂਦੀ। ਵੇਖੋ ਪਰਮੇਸ਼ਰ ਵਾਹਿਗੁਰੂ ਕਿੰਨੀ ਕਿਰਪਾ ਕਰਦਾ ਸਾਨੂੰ, ਸਾਰੇ ਸੰਸਾਰ ਦੇ ਜੀਵਾਂ ਨੂੰ, ਸਾਰੇ ਪ੍ਰਾਣੀਆਂ ਨੂੰ ਥਾਂ ਥਾਂ ਦੇ ਉੱਤੇ ਰਿਜ਼ਕ ਪਹੁੰਚਾ ਰਿਹਾ ਹੈ। ਕੀ ਉਹਦੇ ਭੰਡਾਰੇ ਕਦੇ ਖਤਮ ਹੋਏ ਐ ਜਾਂ ਕਿਆਸ ਕਰ ਸਕਦੇ ਆ ਵੀ ਖਤਮ ਹੋਣਗੇ? ਨਹੀਂ ਭਾਈ, ਇੱਥੇ ਲੈਣ ਵਾਲੇ ਹੱਥ ਥੱਕ ਗਏ, ਪਰ ਉਹ ਦਾਤਾਂ ਦੇਣ ਵਾਲਾ ਨਹੀਂ ਥੱਕਦਾ। ਦੇਦਾ ਦੇ ਲੈਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਦੇ ਯੁੱਗ ਬਤੀਤ ਹੋ ਗਏ, ਪਰ ਉਹਦੀਆਂ ਬਖਸ਼ਿਸ਼ਾਂ, ਉਹਦੇ ਭੰਡਾਰੇ ਅਟੁੱਟ ਵਰਤ ਰਹੇ ਐ। ਲੈਣ ਵਾਲੇ ਥੱਕ ਜਾਂਦੇ ਐ, ਉਹ ਦਾਤਾਂ ਵੰਡਣ ਵਾਲਾ ਨਹੀਂ ਥੱਕਦਾ। ਗੁਰੂ ਨਾਨਕ ਦੇ ਘਰ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਕੋਲੇ ਸਿੱਧੂ ਬੈਰਾੜ ਆਏ। ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਕੋਈ ਪੁੱਛਦਾ ਨਹੀਂ, ਜਿਹੜੇ ਵੀ ਇਲਾਕੇ ਵਿੱਚ ਰਹਿੰਦੇ ਆ ਜਾ ਕੇ ਲੋਕ ਕਹਿ ਦਿੰਦੇ ਆ ਅਗਾਂਹ ਤੁਰ ਜਾਓ, ਕਿਤੇ ਕੋਈ ਟਿਕਾਣਾ ਨਹੀਂ, ਸਾਡੇ ਪੈਰ ਨਹੀਂ ਲੱਗੇ। ਆ ਮਾਲਵੇ ਦੀ ਧਰਤੀ ਉੱਤੇ ਆਏ ਆ, ਸਾਡੇ ਵੱਡੇ ਵਡੇਰੇ ਜਦੋਂ ਦੇ ਆਏ ਆ ਨਾ, ਸਾਡੇ ਇੱਥੇ ਪੈਰ ਹੀ ਨਹੀਂ ਜੰਮੇ। ਮਹਾਰਾਜ ਸਾਡੇ ਤੇ ਕਿਰਪਾ ਕਰੋ। ਇਹਨਾਂ ਸਿੱਧੂਆਂ ਦੇ ਵਿੱਚੋਂ ਖਾਲਸਾ ਜੀ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਆਏ ਸੀ। ਕੱਲ ਸੁਣਿਆ ਸੀ ਭਾਈ ਕਾਲਾ ਆਪਣੇ ਭਤੀਜੇ ਫੂਲ ਅਤੇ ਸੰਦਲੀ ਨੂੰ ਲੈ ਕੇ ਪਹੁੰਚਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਆਪਣੇ ਭਰਾ ਦੇ ਲੜਕਿਆਂ ਨੂੰ ਜਦੋਂ ਲੈ ਕੇ ਪਹੁੰਚਿਆ ਨਾ, ਉਹਨਾਂ ਨੇ ਢਿੱਡ ਦੇ ਉੱਤੇ ਹੱਥ ਵਜਾਉਣੇ ਸ਼ੁਰੂ ਕਰਤੇ, ਢਿੱਡ ਖੜਕਾਉਣਾ ਸ਼ੁਰੂ ਕੀਤਾ। ਮਹਾਰਾਜ ਪੁੱਛਦੇ, ਕਾਲਿਆ ਇਹ ਢਿੱਡ ਕਿਉਂ ਵਜਾਉਂਦੇ ਐ? ਮਹਾਰਾਜ ਸੱਚੇ ਪਾਤਸ਼ਾਹ, ਖਾਣ ਪੀਣ ਨੂੰ ਕੁਝ ਨਹੀਂ, ਬੜੀ ਗਰੀਬੀ ਐ, ਢਿੱਡ ਹੀ ਵਜਾਉਣਗੇ ਵਿਚਾਰੇ, ਹੋਰ ਕੀ ਕਰਨ। ਮਾਂ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ। ਮੈਂ ਆਪਣੇ ਘਰ ਦੇ ਵਿੱਚ ਪਾਲਦਾ, ਇਹਨਾਂ ਨੂੰ ਛਾਤੀ ਨਾਲ ਲਾਇਆ, ਆਪਣੀ ਔਲਾਦ ਦਾ ਵੀ ਪਾਲਣ ਪੋਸ਼ਣ ਭਾਈ ਕਾਲਾ ਕਰਦਾ, ਤੇ ਇਹਨਾਂ ਨੂੰ ਵੀ, ਆਪਣੇ ਭਤੀਜਿਆਂ ਨੂੰ ਵੀ ਬੜਾ ਪਿਆਰ ਦਿੰਦਾ, ਪਾਲਦਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਦੇ ਘਰ ਦੇ ਵਿੱਚ ਆਏ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਨ੍ਹਾਂ ਨੂੰ ਕੋਈ ਰਹਿਣ ਨੂੰ ਜਗ੍ਹਾ ਨਹੀਂ ਸੀ ਦਿੰਦਾ। ਮਹਾਰਾਜ ਕਹਿੰਦੇ, ਕਾਲਿਆ ਇਹ ਰਿਆਸਤਾਂ ਦੇ ਮਾਲਕ ਹੋਣਗੇ। ਜਿਹੜਾ ਫੂਲ ਗੋਦੀ ਚੁੱਕਿਆ ਹੋਇਆ ਨਾ, ਇਹਦਾ ਰਾਜ ਭਾਗ ਬਹੁਤ ਵਧੇ ਫੁੱਲੇਗਾ, ਰਿਆਸਤਾਂ ਦਾ ਮਾਲਕ ਬਣੇਗਾ। ਆ ਜਿਹੜਾ ਉਂਗਲ ਲਾ ਕੇ ਲੈ ਕੇ ਆਇਆ ਢਿੱਡ ਵਜਾਉਂਦਾ ਹੈ, ਇਹ ਵੀ ਵੱਖੋ ਵੱਖਰੇ ਇਲਾਕਿਆਂ ਦੇ ਚੌਧਰੀ ਬਣਨਗੇ, ਇਹਦੀ ਕੁਲ ਦੇ ਲੋਕ, ਬਹੁਤ ਰਾਜ ਭਾਗ ਮਾਣੋਗੇ। ਇਉਂ ਮਹਾਰਾਜ ਨੇ ਬਚਨ ਕੀਤੇ ਸਨ। ਸੋ ਉਹਨਾਂ ਬਰਾੜਾਂ ਦੇ ਵਿੱਚੋਂ, ਬਾਬੇ ਫੂਲ ਦੀ ਕੁਲ ਦੇ ਵਿੱਚੋਂ ਅਗਾਂਹ ਜਿਹੜੀ ਇਹ ਜੀਂਦ ਵਾਲੀ ਰਿਆਸਤ ਸੰਗਰੂਰ ਵਾਲੀ ਚੱਲੀ, ਉੱਥੋਂ ਦਾ ਮਹਾਰਾਜਾ ਸੁਖਚੈਨ ਸਿੰਘ ਬਣਿਆ। ਤੇ ਦੂਜੀ ਜਿਹੜੀ ਰਿਆਸਤ ਬਣੀ ਮਹਾਰਾਜਾ ਗੁਰਦਿੱਤ ਸਿੰਘ, ਉਹ ਨਾਭਾ ਰਿਆਸਤ ਦਾ ਰਜਵਾੜਾ ਬਣਿਆ, ਉੱਥੋਂ ਦਾ ਰਾਜਾ ਬਣਿਆ। ਤੇ ਇਹਨਾਂ ਦੀ ਕੁਲ ਦੇ ਵਿੱਚੋਂ ਪਟਿਆਲੇ ਵਾਲੇ ਜਿਹੜੇ ਰਾਜੇ ਐ, ਇਹਨਾਂ ਦੀ ਕੁਲ ਉੱਥੋਂ ਚੱਲੀ ਹੈ। ਸੋ ਇਹਨਾਂ ਦੀ ਕੁਲ ਦੇ ਵਿੱਚੋਂ ਭਾਈ ਰਾਮ ਸਿੰਘ ਅਤੇ ਭਾਈ ਤਰਲੋਕ ਸਿੰਘ, ਇਹਨਾਂ ਦੇ ਵਡੇਰੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ।
ਛੇਵੇਂ ਪਾਤਸ਼ਾਹ ਔਰ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਵੀ ਬਹੁਤ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਮਹਾਰਾਜ ਸਾਨੂੰ ਕੋਈ ਟਿਕਣ, ਕਹਿੰਦੇ ਐਵੇਂ ਕਰੋ ਤੁਸੀਂ, ਕਹਿੰਦੇ ਟਿਕਣ ਨਹੀਂ ਦਿੰਦਾ, ਇੱਥੋਂ ਤੁਰ ਪਓ, ਕਹਿੰਦੇ ਜਿੱਥੇ ਜਾ ਕੇ ਸ਼ਾਮ ਹੋ ਜਾਏਗੀ ਉੱਥੇ ਟਿਕਾਣਾ ਕਰ ਲਿਓ, ਬਸ ਉੱਥੇ ਹੀ ਜੰਮ ਜਾਓਗੇ, ਉੱਥੇ ਤੁਹਾਡਾ ਰਾਜ ਭਾਗ ਕਾਇਮ ਹੋ ਜਾਏਗਾ, ਤੁਹਾਡੀ ਵੰਸ਼ ਬਹੁਤ ਵਧੇ ਫੁੱਲੇਗੀ। ਔਰ ਅੱਜ ਵੀ ਬਠਿੰਡਾ ਜ਼ਿਲ੍ਹੇ ਵਿੱਚ ਪ੍ਰਧਾਨ ਨਗਰ ਮਹਾਰਾਜ ਇਹਨਾਂ ਸਿੱਧੂਆਂ ਦਾ ਵਸਦਾ ਹੈ। ਆਸੇ ਪਾਸੇ ਦੇ 22 ਹੋਰ ਪਿੰਡ ਬਾਈਆ ਮਹਾਰਾਜ ਦੇ ਬਚਨ ਫਲੀਭੂਤ ਹੋਏ। ਔਰ ਇਹਨਾਂ ਦੀ ਕੁਲ ਦੇ ਵਿੱਚੋਂ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਆ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਗੱਡਿਆਂ ਦੇ ਉੱਤੇ ਲੱਦ ਕੇ ਰਸਤ ਪਾਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ, ਆ ਇੰਨੀਆਂ ਭੇਟਾਵਾਂ ਕਿੱਥੋਂ ਲੈ ਕੇ ਆਏ ਹੋ? ਕਿਸੇ ਤੋਂ ਖਰੀਦ ਕੇ ਲੈ ਕੇ ਆਏ ਹੋ ਜਾਂ ਆਪਣੇ ਘਰ ਤੋਂ ਲੈ ਕੇ ਆਏ ਹੋ? ਕਹਿੰਦੇ ਮਹਾਰਾਜ ਆਪਣੇ ਘਰੋਂ ਹੀ ਲੈ ਕੇ ਆਏ ਆ, ਕਿਧਰੋਂ ਬਾਹਰੋਂ ਨਹੀਂ ਲਿਆਂਦੀਆਂ। ਬਾਕੀ ਸਾਡੀ ਕੁਲ ਦੇ ਲੋਕ ਜਿਹੜੇ ਹੋਰ ਸ਼ਰੀਕੇ ਕਬੀਲੇ ਦੇ, ਉਹਨਾਂ ਸਾਰਿਆਂ ਨੇ ਆਹ ਸੇਵਾਵਾਂ ਵਿੱਚ ਹਿੱਸਾ ਪਾਇਆ। ਮਹਾਰਾਜ ਗੁਰੂ ਕੇ ਲੰਗਰਾਂ ਵਿੱਚ ਸਾਡੇ ਘਰ ਦਾ ਵੀ ਕੋਈ ਅੰਨ ਜਲ ਜਿਹੜਾ ਉਹ ਪੈ ਕੇ ਸਫਲਾ ਹੋ ਜਾਏ। ਇਹ ਖਾਲਸਾ ਜੀ ਰੀਤੀ ਹੈ। ਇਸੇ ਕਰਕੇ ਅੱਜ ਤੱਕ ਵੀ ਇਹ ਪ੍ਰਪਾਟੀ ਚੱਲਦੀ ਆ ਰਹੀ ਹੈ। ਜਿਉਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 20 ਰੁਪਈਆਂ ਦਾ ਸੱਚਾ ਸੌਦਾ ਕਰਕੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਕੀਤੀ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਨਿਰੰਤਰ ਰੂਪ ਦੇ ਵਿੱਚ ਲੰਗਰ ਦੀ ਮਰਿਆਦਾ ਚਲਾਈ, ਜਿੱਥੇ ਸਤਿਗੁਰੂ ਜੀ ਦੇ ਮਹਿਲ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਖੀਵੀ ਜੀ, ਉਹ ਗੁਰੂ ਕੇ ਲੰਗਰਾਂ ਵਿੱਚ ਦੇਸੀ ਘਿਓ ਵਾਲੀ ਖੀਰ ਸੰਗਤਾਂ ਨੂੰ, ਆਪਣੇ ਸਿੱਖ ਪੁੱਤਰਾਂ ਨੂੰ ਛਕਾਇਆ ਕਰਦੇ। ਔਰ ਗੁਰਬਾਣੀ ਵਿੱਚ ਭਾਈ ਸੱਤਾ ਬਲਵੰਡਾ ਜੀ ਨੇ ਜਿਹੜੀ ਵਾਰ ਜੈਤਸਰੀ ਰਾਗ ਵਿੱਚ ਉਚਾਰਨ ਕੀਤੀ ਹੈ ਨਾ, ਉੱਥੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਗੁਰਬਾਣੀ ਵਿੱਚ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ। ਭਾਈ ਬਲਵੰਡ ਜੀ ਕਹਿੰਦੇ ਐ, ਮਾਤਾ ਖੀਵੀ ਐਸੀ ਨੇਕ ਔਰਤ ਹੈ ਜਿਸ ਦੀ ਆਪਣੇ ਸਿੱਖ ਪੁੱਤਰਾਂ ਦੇ ਉੱਤੇ ਬਹੁਤ ਘਣੀ, ਬਹੁਤ ਸੰਘਣੀ ਪੱਤਰਾਂ ਵਾਲੀ ਛਾਂ ਜਿਵੇਂ ਹੁੰਦੀ ਹੈ ਨਾ, ਇਉਂ ਮਾਤਾ ਜੀ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਆ, ਉਹਨਾਂ ਨੂੰ ਛਾਵਾਂ ਕਰਦੇ ਆ ਹੱਥੀਂ। ਤੇ ਕੀ ਮਿਲਦਾ ਉਹਨਾਂ ਦੇ ਲੰਗਰ ਦੇ ਵਿੱਚ? ਕਹਿੰਦੇ ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਘਿਆਲੀ ਕਹੀਏ ਘੇ ਵਾਲੀ। ਉਹਨਾਂ ਦੇ ਲੰਗਰ ਦੇ ਵਿੱਚ ਅੰਮ੍ਰਿਤ ਰਸ ਵਰਤਦਾ ਹੈ, ਜਿਹੜੀ ਘਿਓ ਵਾਲੀ ਖੀਰ ਮਾਤਾ ਜੀ ਆਪਣੇ ਹੱਥੀਂ ਆਪਣੇ ਸਿੱਖ ਪੁੱਤਰਾਂ ਨੂੰ ਬਣਾ ਕੇ ਛਕਾਉਂਦੇ ਆ ਸੰਗਤਾਂ ਨੂੰ। ਇਹ ਗੁਰੂ ਕੇ ਲੰਗਰਾਂ ਦੀ ਮਰਿਆਦਾ ਹਮੇਸ਼ਾ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਲੰਗਰ, ਜਿੱਥੇ ਹਿੰਦੁਸਤਾਨ ਦਾ ਚੱਕਰਵਰਤੀ ਸਮਰਾਟ ਬਾਦਸ਼ਾਹ ਅਕਬਰ ਵੀ ਆ ਕੇ ਲੰਗਰ ਛਕਦਾ ਸਾਰੀ ਸੰਗਤ ਦੇ ਨਾਲ ਬਹਿ ਕੇ। ਤੇ ਇੰਨਾ ਆਨੰਦ ਗੁਰੂ ਕੇ ਲੰਗਰ ਵਿੱਚੋਂ ਉਹਨੂੰ ਆਇਆ, ਖੁਸ਼ ਹੋ ਗਿਆ, ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ। ਕਿਉਂਕਿ ਮਹਾਰਾਜ ਨੇ ਮਰਿਆਦਾ ਬੰਨੀ ਸੀ ਤੀਜੇ ਪਾਤਸ਼ਾਹ ਨੇ ਵੀ ਜਿਹੜਾ ਭਾਈ ਸਾਡੇ ਦਰਸ਼ਨ ਕਰਨ ਆਵੇਗਾ, ਪਹਿਲਾਂ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕੇ, ਫਿਰ ਸਾਡੇ ਦਰਸ਼ਨ ਕਰੇ। ਪਹਿਲਾਂ ਛਕੈ ਪ੍ਰਸ਼ਾਦ ਲੰਗਰੋਂ, ਪਾਛਾ ਦਰਸ਼ਨ ਪਾਵੈ। ਪਹਿਲੇ ਪੰਗਤ, ਪਾਛਾ ਸੰਗਤ। ਪ੍ਰਸੰਨ ਹੋ ਕੇ ਅਕਬਰ ਬਾਦਸ਼ਾਹ ਆਇਆ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਬੜਾ ਆਨੰਦ ਆਇਆ, ਇਹੋ ਜਿਹਾ ਭੋਜਨ ਮੈਂ ਸ਼ਾਹੀ ਤਖਤ ਉੱਤੇ ਬੈਠੇ ਨੇ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਛਕਿਆ, ਜਿਹੜਾ ਤੁਹਾਡੇ ਲੰਗਰ ਵਿੱਚੋਂ ਛਕਿਆ ਨਾ, ਇਹੋ ਜਿਹਾ ਖਾਣਾ ਤਾਂ ਮੈਂ ਕਦੇ ਖਾਧਾ ਹੀ ਨਹੀਂ। ਬਹੁਤ ਆਨੰਦ ਭਰਿਆ। ਸਤਿਗੁਰੂ ਜੀ ਕਹਿੰਦੇ ਭਾਈ ਇਹ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਬਖਸ਼ਿਸ਼ਾਂ ਹੈ ਗੁਰੂ ਕੇ ਲੰਗਰ ਦੇ ਉੱਤੇ। ਗੁਰੂ ਕੇ ਸਿੱਖ ਬਾਣੀ ਪੜ੍ਹ ਕੇ ਤਿਆਰ ਕਰਦੇ ਐ, ਉਹ ਬਾਣੀ ਦਾ ਅੰਮ੍ਰਿਤ ਰਸ ਇਹ ਗੁਰੂ ਕੇ ਲੰਗਰਾਂ ਵਿੱਚ ਛਕਣ ਵਾਲਿਆਂ ਨੂੰ ਵੀ ਪ੍ਰਾਪਤ ਹੁੰਦਾ ਹੈ। ਜਦੋਂ ਖਾਲਸਾ ਜੀ ਲੰਗਰ ਭੋਜਨ ਪ੍ਰਸ਼ਾਦਾ ਗੁਰੂ ਕੀ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਤਿਆਰ ਕੀਤਾ ਜਾਵੇ ਨਾ, ਤੇ ਉਹ ਜਿਹੜਾ ਜਿਹੜਾ ਪ੍ਰਾਣੀ ਛਕੂਗਾ, ਜਿਹਦੇ ਮੂੰਹ ਅੰਨ ਪਵੇਗਾ, ਉਹ ਵੀ ਵਾਹਿਗੁਰੂ ਵਾਹਿਗੁਰੂ ਜਪੇਗਾ। ਆਪਾਂ ਜਦੋਂ ਭੋਗ ਲਵਾਉਂਦੇ ਆ ਉਦੋਂ ਵੀ ਅਰਦਾਸ 'ਚ ਕਹਿੰਦੇ ਆ ਨਾ, ਮਹਾਰਾਜ ਆਪ ਜੀ ਭੋਗ ਲਾਓ, ਆਪ ਜੀ ਦਾ ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ, ਜੋ ਵੀ ਛਕੇ ਆਪ ਜੀ ਦਾ ਪਰਮ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਤੇ ਜੇ ਖਾਲਸਾ ਜੀ ਅਜੋਕੇ ਸਮੇਂ ਵਿੱਚ ਜਿਹੜੇ ਹਾਲਾਤ ਬਣੇ ਹੋਏ ਐ,
ਸਾਡੇ ਘਰਾਂ ਦੇ। ਇੱਕ ਪਾਸੇ ਨੁੱਕਰ ਦੇ ਵਿੱਚ ਟੀਵੀ ਚੱਲਦਾ ਹੁੰਦਾ, ਬੀਬੀ ਦਾ ਧਿਆਨ ਟੀਵੀ ਦੇ ਸੀਰੀਅਲ ਵੱਲ ਹੁੰਦਾ ਹੈ, ਤੇ ਉਵੇਂ ਭੋਜਨ ਪ੍ਰਸ਼ਾਦਾ ਨੱਚਣ ਟੱਪਣ ਵਾਲਿਆਂ ਨੂੰ, ਫਿਲਮੀ ਐਕਟਰਾਂ ਨੂੰ, ਕ੍ਰਿਕਟਰਾਂ ਨੂੰ, ਉਹਨਾਂ ਨੂੰ ਵੇਖ ਕੇ ਤਿਆਰ ਹੁੰਦਾ, ਧਿਆਨ ਉੱਧਰ ਹੁੰਦਾ ਹੈ। ਬੀਬੀ ਭੋਜਨ ਤਿਆਰ ਕਰ ਰਹੀ ਹੈ ਤੇ ਫਿਰ ਉਹ ਛਕਣ ਵਾਲਿਆਂ ਦੀ ਮੱਤ ਵੀ ਉਸੇ ਤਰ੍ਹਾਂ ਦੀ ਹੋਣੀ ਹੈ ਨਾ। ਸਿਆਣੇ ਕਹਿੰਦੇ ਐ ਵੀ ਜੈਸਾ ਖਾਈਏ ਅੰਨ ਵੈਸਾ ਹੋਵੇ ਮਨ। ਜਿਹੋ ਜਿਹਾ ਅੰਨ ਛਕਦੇ ਆ ਉਹੋ ਜਿਹੇ ਸਾਡੇ ਮਨ ਬਣਦੇ ਜਾਂਦੇ ਆ। ਜਿਨ੍ਹਾਂ ਘਰਾਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਹੈ, ਪੁਰਾਤਨ ਬੀਬੀਆਂ ਵਾਂਗ ਹੁਣ ਵੀ ਬੀਬੀਆਂ ਗੁਰਬਾਣੀ ਦਾ ਜਾਪ ਕਰਦੇ ਆ, ਮੂਲ ਮੰਤਰ ਪੜ੍ਹਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਭੋਜਨ ਪ੍ਰਸ਼ਾਦਾ ਤਿਆਰ ਕਰਦੀਆਂ ਨਾ, ਐ ਚੰਗੀ ਤਰ੍ਹਾਂ ਜੋੜਾ ਲਾ ਕੇ ਪੂਰਨ ਮਰਿਆਦਾ ਦੇ ਨਾਲ ਲੰਗਰ ਨੂੰ ਗੁਰੂ ਕਾ ਲੰਗਰ ਸਮਝ ਕੇ ਤਿਆਰ ਕਰਦੀਆਂ, ਚਾਹੇ ਘਰੇ ਹੀ ਤਿਆਰ ਕਰਨਾ ਹੋਵੇ। ਤੇ ਉਹ ਭੋਜਨ ਛਕਣ ਵਾਲੇ ਨੂੰ ਵੀ ਮੱਲੋ ਮੱਲੀ ਵਾਹਿਗੁਰੂ ਦਾ ਨਾਮ ਚੇਤਾ ਆਉਂਦਾ ਹੈ, ਉਹਦੀ ਸੁਰਤ ਜੁੜ ਜਾਂਦੀ ਹੈ ਟੁੱਟੀ ਹੋਈ। ਪਰ ਜਿੱਥੇ ਐਸਾ ਮਾਹੌਲ ਨਹੀਂ, ਉੱਥੇ ਖਾਲਸਾ ਜੀ ਫਿਰ ਵਾਹਿਗੁਰੂ ਦਾ ਨਾਮ ਤਾਂ ਕੀ ਚੇਤੇ ਆਉਣਾ, ਨਾਸਤਿਕਤਾ ਵੱਧਦੀ ਹੈ। ਅੱਜ ਨਾਸਤਿਕਤਾ ਦੇ ਵਧਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਵੀ ਸਾਡੇ ਘਰਾਂ ਵਿੱਚ ਜਿਹੜਾ ਭੋਜਨ ਤਿਆਰ ਹੁੰਦਾ ਨਾ, ਉਹ ਭਾਈ ਮਰਿਆਦਾ ਅਨੁਸਾਰ ਤਿਆਰ ਹੋਣੋਂ ਹਟ ਗਿਆ। ਸੋ ਇਹ ਗੁਰੂ ਕੇ ਲੰਗਰਾਂ ਵਿੱਚ ਪੁਰਾਤਨ ਸਮੇਂ ਤੋਂ ਗੁਰੂ ਕੇ ਸਿੱਖ ਆਪੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਪਾਉਂਦੇ ਆਏ ਤੇ ਹੁਣ ਤੱਕ ਪਾ ਰਹੇ ਹੈ ਵੀ ਸਾਡਾ ਅੰਨ ਜਲ ਸਫਲਾ ਹੋ ਜੇ, ਸਾਡੇ ਅੰਨ ਦਾ ਦਾਣਾ ਵੀ ਕਿਸੇ ਨਾਮ ਜਪਣ ਵਾਲੇ ਦੇ, ਗੁਰੂ ਕੇ ਦਰਸ਼ਨ ਦਿਦਾਰੇ ਕਰਨ ਵਾਲੇ ਗੁਰਸਿੱਖ ਦੇ ਮੂੰਹ ਵਿੱਚ ਪੈ ਜੇ। ਇਹ ਭਾਈ ਰਾਮ ਸਿੰਘ ਤੇ ਭਾਈ ਤਰਲੋਕ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆਏ। ਮਹਾਰਾਜ ਪੁੱਛਦੇ ਭਾਈ ਕਿੱਥੋਂ ਲਿਆਏ? ਕਹਿੰਦੇ ਜੀ ਘਰੋਂ ਹੀ ਲੈ ਕੇ ਆਏ ਆ। ਬਾਕੀ ਸਾਡੇ ਘਰਾਂ ਸ਼ਰੀਕੇ ਕਬੀਲੇ ਵਿੱਚੋਂ, ਭਾਈਚਾਰੇ ਵਿੱਚੋਂ ਸਾਰਿਆਂ ਨੇ ਹਿੱਸਾ ਪਾਇਆ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਭਾਈ ਮੰਗੋ ਕੀ ਮੰਗਦੇ ਆ? ਇਹਨਾਂ ਨੇ ਉਹੀ ਬੇਨਤੀ ਦੁਹਰਾਈ, ਕਹਿੰਦੇ ਮਹਾਰਾਜ ਵੱਡੇ ਪਾਤਸ਼ਾਹ ਜੀ ਬਖਸ਼ਿਸ਼ਾਂ ਸਾਨੂੰ ਬਹੁਤ ਕਰ ਗਏ, ਪਰ ਫਿਰ ਵੀ ਹਾਲੇ ਤੱਕ ਅਸੀਂ ਜਿਹੜੀ ਜ਼ਮੀਨ ਵਾਹੁੰਦੇ ਆ ਨਾ, ਉਹ ਮੁਜ਼ਾਰਿਆਂ ਵਾਂਗੂ ਵਾਹੁੰਦੇ ਆ, ਸਾਡੀ ਆਪਣੀ ਕੋਈ ਜ਼ਮੀਨ ਨਹੀਂ, ਸਾਡੇ ਆਪਣੇ ਪੈਰ ਜੰਮੇ ਨਹੀਂ ਹਲੇ ਆਹ ਧਰਤੀ ਉੱਤੇ। ਜਿਉਂ ਰਾਜਸਥਾਨ ਦੇ ਵਿੱਚੋਂ ਅਸੀਂ ਚੱਲੇ ਆ ਤੇ ਆਹ ਇਲਾਕੇ ਵਿੱਚ ਆ ਕੇ ਵਸ ਗਏ। ਆਪ ਜੀ ਨੇ 6ਵੇਂ 7ਵੇਂ ਜਾਮੇ ਜਿਹੜੇ ਬਚਨ ਕੀਤੇ, ਬਹੁਤ ਬਖਸ਼ਿਸ਼ਾਂ ਕੀਤੀਆਂ, ਪਰ ਮਹਾਰਾਜ ਹਲੇ ਵੀ ਜ਼ਮੀਨ ਵਿਹੂਣੇ ਹੈ, ਜ਼ਮੀਨ ਆਪਣੀ ਨਹੀਂ ਹੈ, ਹਿੱਸੇ ਠੇਕੇ ਤੇ ਲੈ ਲੈ ਕੇ ਵਾਹੁੰਦੇ ਆ। ਤੇ ਮਹਾਰਾਜ ਜ਼ਮੀਨ ਵੀ ਆਪ ਜੀ ਨੂੰ ਪਤਾ ਹੈ ਟਿੱਬੇ ਹੀ ਹੈ, ਇਹਨਾਂ ਵਿੱਚ ਹੁੰਦਾ ਵੀ ਕੀ ਹੈ। ਮਹਾਰਾਜ ਪੈਰ ਨਹੀਂ ਜੰਮੇ ਪੂਰੀ ਤਰ੍ਹਾਂ। ਮਹਾਰਾਜ ਕਹਿੰਦੇ ਭਾਈ ਤੁਹਾਡੀ ਸੇਵਾ ਪ੍ਰਵਾਨ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕੇ ਵਿੱਚ ਤੁਹਾਡਾ ਰਾਜ ਭਾਗ ਕਾਇਮ ਹੋਵੇਗਾ। ਪਿੰਡਾਂ ਦੇ ਪਿੰਡ ਤੁਸੀਂ ਜਿੱਤੋਗੇ, ਜਿਹੜੇ ਪਾਸੇ ਜਾਓਗੇ ਹਰ ਮੈਦਾਨ ਫਤਿਹ ਕਰਦੇ ਜਾਓਗੇ, ਰਿਆਸਤਾਂ ਦੇ ਮਾਲਕ ਬਣੋਗੇ। ਜਿਹੜੇ 6ਵੇਂ ਤੇ 7ਵੇਂ ਜਾਮੇ ਵਿੱਚ ਬਚਨ ਕੀਤੇ ਸੀ, 10ਵੇਂ ਪਾਤਸ਼ਾਹ ਨੇ ਫੇਰ ਦੁਹਰਾ ਦਿੱਤੇ, ਉਹਨਾਂ ਉੱਤੇ ਫੇਰ ਮੋਹਰ ਲਾਤੀ। ਇਉਂ ਫਿਰ ਇਹਨਾਂ ਦੇ ਅੱਗੇ ਖਾਲਸਾ ਜੀ ਰਿਆਸਤਾਂ ਚੱਲ ਗਏ। ਇਹ ਸਿੱਖ ਦਰਸ਼ਨ ਕਰਕੇ ਚਲੇ ਗਏ। ਬੰਗੇਰ ਨਗਰ ਦੇ ਕੁਝ ਲੋਕ ਆਏ ਆਪਣੀ ਭੁੱਲ ਬਖਸ਼ਾਉਣ ਵਾਸਤੇ, ਮਹਾਰਾਜ ਤੁਸੀਂ ਸਿੱਖ ਭੇਜੇ ਸੀ ਸਾਡੇ ਪਿੰਡੋਂ ਝੋਟਾ ਲੈਣ ਵਾਸਤੇ, ਅਸੀਂ ਤੁਹਾਡੇ ਸਿੱਖਾਂ ਨਾਲ ਮਜ਼ਾਕ ਕੀਤਾ। ਮਹਾਰਾਜ ਸਿੱਖਾਂ ਦੀ ਨਹੀਂ, ਸਗੋਂ ਤੁਹਾਡੀ ਇਹ ਵਗਿਆ ਸਾਨੂੰ ਲੱਗਦਾ ਵੀ ਅਸੀਂ ਕਰ ਬੈਠੇ, ਬਖਸ਼ਾਉਣ ਆਏ ਆ। ਇਹ ਵੀ ਰਸਤਾਂ ਵਸਤਾਂ ਲੈ ਕੇ ਆਏ ਤੇ 2 ਬੰਦੂਕਾਂ ਸਤਿਗੁਰੂ ਜੀ ਨੂੰ ਭੇਟ ਕੀਤੀਆਂ। ਮਹਾਰਾਜ ਪ੍ਰਸੰਨ ਹੋ ਗਏ, ਕਹਿੰਦੇ ਭਾਈ ਤੁਸੀਂ ਮੰਗੋ ਕੀ ਮੰਗਦੇ ਹੋ? ਮਹਾਰਾਜ ਇੱਕ ਤਾਂ ਸਾਡੀ ਖਤਾ ਬਖਸ਼ ਦਿਓ, ਗਲਤੀ ਇਹਦੀ ਮਾਫੀ ਮਿਲ ਜਾਵੇ। ਮਹਾਰਾਜ ਕਹਿੰਦੇ ਬਖਸ਼ਿਆ ਭਾਈ, ਬਖਸ਼ ਦਿੱਤਾ, ਤੁਹਾਨੂੰ ਚੰਗਾ ਕੀਤਾ ਤੁਸੀਂ ਆ ਗਏ। ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ, ਭਾਗਵੰਤ ਖਿਦਮਤ ਕਰੇ ਹੁਜਤਾਂ ਕਰੇ ਪਲੀਤ। ਹੁਜਤਾਂ ਕਰਨ ਪਲੀਤ ਕਾਫਰ ਬੇਦਰਦ ਕਸਾਈ, ਬੇਮੁਰਸ਼ਦ ਬੇ ਪੀਰ ਹਿਰਦੇ ਮੈਂ ਮਿਹਰ ਨਾ ਕਾਈ। ਜਿਹੜੇ ਦੋਖੀ ਹੈ ਗੁਰੂ ਘਰ ਦੇ, ਉਹ ਸੰਗਤ ਨੂੰ, ਗੁਰੂ ਕੇ ਸਿੱਖਾਂ ਨੂੰ, ਗੁਰੂ ਸਾਹਿਬ ਨੂੰ ਮਜ਼ਾਕ ਕਰਦੇ ਤੇ ਮਜ਼ਾਕ ਸਾਧੂ ਮਹਾਤਮਾ ਦੇ ਨਾਲ ਕੀਤਾ। ਸਾਧ ਸੰਗਤ ਜੀ ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ, ਦੁਰਬਾਸ਼ਾ ਰਿਖੀ ਨੂੰ ਮਸ਼ਕਰੀ ਕੀਤੀ ਸੀ ਨਾ ਜਾਦਵਾਂ ਨੇ ਭਗਵਾਨ ਕ੍ਰਿਸ਼ਨ ਦੀ ਕੁਲ ਦੇ ਵਿੱਚੋਂ, ਤੇ ਉਹਨਾਂ ਜਾਦਵਾਂ ਦੀ ਕੁਲ ਨਾਸ਼ ਹੋ ਗਈ ਸੀ ਦੁਰਬਾਸ਼ਾ ਰਿਸ਼ੀ ਦੇ ਸ਼ਰਾਪ ਕਰਕੇ।
ਇਉਂ ਕਦੇ ਵੀ ਰੱਬ ਦੇ ਪਿਆਰਿਆਂ ਨੂੰ ਮਸ਼ਕਰੀ, ਉਹਨਾਂ ਨੂੰ ਹਾਸਾ ਮਜ਼ਾਕ ਨਾ ਕਰਨਾ, ਹਮੇਸ਼ਾ ਉਹਨਾਂ ਦੀ ਪ੍ਰਸੰਨਤਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਤਿਗੁਰੂ ਨੇ ਬਖਸ਼ ਦਿੱਤੇ। ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਆਏ ਸੀ, ਤੁਸੀਂ ਉਹਨਾਂ ਨੂੰ ਰਾਜ ਭਾਗ ਦੀ ਬਖਸ਼ਿਸ਼ ਕਰ ਦਿੱਤੀ, ਸਾਨੂੰ ਵੀ ਬਖਸ਼ੋ। ਮਹਾਰਾਜ ਕਹਿੰਦੇ ਭਾਈ ਜਿੰਨਾ ਤੁਹਾਡੇ ਕੋਲ ਹੁਣ ਜ਼ਮੀਨ ਜਾਇਦਾਦ ਆ, ਜਿੰਨਾ ਰਾਜ ਭਾਗ ਹੋਣਾ ਇਹ ਹਮੇਸ਼ਾ ਤੁਹਾਡਾ ਕਾਇਮ ਰਹੂਗਾ। ਰਾਜੇ ਤਾਂ ਬਣਨਗੇ ਉਹੀ, ਪਰ ਤੁਹਾਡਾ ਰਾਜ ਕੋਈ ਖੋਹ ਨਹੀਂ ਸਕੇਗਾ। ਇਉਂ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ। ਹਫ਼ਤਾ 10 ਦਿਨ ਰਹਿ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਚਲੇ ਗਏ। ਸੋ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਗੇ ਜਿਵੇਂ ਇਤਿਹਾਸ ਆ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ, ਜਿਵੇਂ ਸਤਿਗੁਰੂ ਜੀ ਮਾਲਵੇ ਨੂੰ ਮਾਲੋ ਮਾਲ ਹੋਣ ਦੀਆਂ ਬਖਸ਼ਿਸ਼ਾਂ ਕਰ ਰਹੇ ਹੈ, ਭਾਈ ਡੱਲੇ ਨਾਲ ਬਚਨ ਵਿਲਾਸ ਕਰਦੇ ਹੈ, ਬੜੇ ਪਿਆਰ ਦੇ ਸਹਿਤ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੱਚੇ ਥਾਨ ਬੈਠ ਇੱਕ ਦਿਨ ਮਹਿ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਚੇ ਥਾਂ ਦਮਦਮਾ ਸਾਹਿਬ ਬਿਰਾਜ ਰਹੇ ਆ, ਦਮਦਮੇ ਦੇ ਉੱਤੇ, ਕਿਉਂਕਿ ਦਮਦਮਾ ਨਾਮ ਉੱਚੀ ਜਗ੍ਹਾ ਦਾ ਵੀ ਹੈ। ਤੇ ਦਮਦਮਾ ਇਸ ਕਰਕੇ ਵੀ ਕਿ ਸਤਿਗੁਰੂ ਜੀ ਨੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਇੱਥੇ ਆ ਕੇ ਕਮਰ ਕਸਾ ਖੋਲਿਆ, ਦਮ ਲਿਆ, ਬਹੁਤ ਲੰਮਾ ਸਮਾਂ ਟਿਕੇ, ਇਸ ਕਰਕੇ ਦਮਦਮਾ ਸਾਹਿਬ। ਸਤਿਗੁਰੂ ਜੀ ਉੱਚੇ ਥਾਂ ਤੇ ਬੈਠੇ ਐ। ਜਿਹੜਾ ਸਤਿਗੁਰੂ ਜੀ ਨੇ ਉੱਚਾ ਦਮਦਮਾ ਸਿੱਖਾਂ ਤੋਂ ਮਿੱਟੀ, ਸੰਗਤਾਂ ਤੋਂ ਮਿੱਟੀ ਪਵਾ ਕੇ ਬਣਵਾਇਆ ਸੀ ਵੀ ਦੂਰ ਦੂਰ ਤੱਕ ਨਜ਼ਰ ਜਾਵੇ। ਅੱਜ ਜਦੋਂ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਜਾਈਏ ਨਾ, ਇੱਕ ਤਾਂ ਹੈ ਤਖਤ ਸਾਹਿਬ, ਉਹ ਵੀ ਉੱਚੀ ਜਗ੍ਹਾ ਤੇ ਹੈ, ਉੱਚਾ ਤਖਤ ਸ਼ੋਭਾਇਮਾਨ ਹੈ, ਨਾਲ ਹੀ ਗੁਰਦੁਆਰਾ ਦਮਦਮਾ ਸਾਹਿਬ ਹੈ, ਔਰ ਉਹ ਵੀ ਬਹੁਤ ਉੱਚਾ ਬਣਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਇਹ ਉੱਚੇ ਦਮਦਮੇ ਦੇ ਉੱਤੇ, ਉੱਚੇ ਥੜੇ ਦੇ ਉੱਤੇ ਬੈਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋ ਰਹੇ ਆ। ਦੂਰ ਦੂਰ ਤੱਕ ਜਿੱਥੋਂ ਨਜ਼ਰ ਜਾਂਦੀ ਹੈ ਉਸ ਜਗ੍ਹਾ ਤੇ ਸਤਿਗੁਰੂ ਜੀ ਬਿਰਾਜੇ ਹੋਏ ਹਨ। ਲਗਿਓ ਦੀਵਾਨ ਸੁਹਾਏ ਸੁਬਨ ਮਹਿ। ਸਤਿਗੁਰੂ ਜੀ ਦਾ ਦੀਵਾਨ ਸਜਿਆ, ਸਾਰੀ ਸੰਗਤ ਵਿੱਚ ਬੈਠੇ ਸਤਿਗੁਰੂ ਜੀ ਸ਼ੋਭਾਇਮਾਨ ਹੋ ਰਹੇ ਹੈ, ਜਿਵੇਂ ਇੰਦਰ ਦੀ ਸਭਾ ਲੱਗੀ ਹੋਵੇ। ਇੰਦਰ ਸ਼ੋਭਦਾ ਨਾ ਸਭਾ ਵਿੱਚ, ਆਸੇ ਪਾਸੇ ਦੇਵਤੇ ਬੈਠੇ ਹੈ। ਇਉਂ ਦੇਵਤਿਆਂ ਵੱਤ ਸਤਿਗੁਰੂ ਜੀ ਦੇ ਗੁਰਬਾਣੀ ਪੜ੍ਹਨ ਵਾਲੇ ਸਿੱਖ ਬੈਠੇ ਹੈ। ਸਤਿਗੁਰ ਸੱਚੇ ਪਾਤਸ਼ਾਹ ਸੰਗਤ ਵਿੱਚ ਸ਼ੋਭਾਇਮਾਨ ਹੋ ਰਹੇ ਹਨ। ਡਲ ਸਿੰਘ ਗਾਨ ਬਿਰਾੜ ਫਿਰ ਸਾਰੀ। ਭਾਈ ਡਲ ਸਿੰਘ, ਭਾਈ ਡੱਲਾ ਜਿਹੜਾ ਅੰਮ੍ਰਿਤ ਛਕ ਕੇ ਡਲ ਸਿੰਘ ਸੱਜ ਚੁੱਕਿਆ, ਡਲ ਸਿੰਘ ਦੇ ਸਮੇਤ ਬਾਕੀ ਬਰਾੜ, ਬਾਕੀ ਸਾਰੀ ਫੌਜ ਉਹਦੀ ਬੈਠੀ ਹੋਈ ਹੈ, ਸੰਗਤ ਵਿੱਚ ਜੁੜੇ ਹੋਏ ਹਨ। ਸਭਨ ਸੁਨਾਵਤ ਬਾਗੋ ਚਾਰੀ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੂਰ ਤੱਕ ਨਜ਼ਰ ਮਾਰੀ ਤੇ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਬਾਗੋ ਤੂੰ ਮੁਖੇ ਤੁ ਦਿਖਾਵੇ। ਕਹਿੰਦੇ ਭਾਈ ਉਹ ਦੂਰ ਤੱਕ, ਕਹਿੰਦੇ ਸਾਨੂੰ ਗੋ ਧੂਮ ਨਾਮ ਹੈ ਕਣਕ ਦਾ, ਕਹਿੰਦੇ ਸਾਨੂੰ ਦੂਰ ਦੂਰ ਤੱਕ ਕਣਕਾਂ ਦੇ ਲਹਿ ਲਹਾਉਂਦੇ ਖੇਤ ਨਜ਼ਰ ਆ ਰਹੇ ਹਨ। ਸੁੰਦਰ ਸਵਾਦਲੇ ਅੰਨ ਪਾਵੇ। ਵੇਖੋ ਕਹਿੰਦੇ ਕਿਵੇਂ ਕਣਕ ਦੇ ਖੇਤ ਕੜੇ ਐ, ਜਿਨ੍ਹਾਂ ਵਿੱਚੋਂ ਸੁੰਦਰ, ਬੜਾ ਚੰਗਾ, ਬੜਾ ਉੱਤਮ ਕਿਸਮ ਦਾ ਤੇ ਸਵਾਦਲਾ ਅੰਨ ਪੈਦਾ ਹੋਵੇਗਾ, ਸਵਾਦਲੀ ਕਣਕ ਪੈਦਾ ਹੋਵੇਗੀ। ਸੁਨ ਡੱਲੇ ਜੁਤ ਸਭ ਕਰ ਜੋਰੀ। ਜਦੋਂ ਇਹ ਸੁਣਿਆ ਨਾ, ਭਾਈ ਡੱਲ ਸਿੰਘ ਅਤੇ ਉਹਦੇ ਨਾਲ ਦੇ ਬਰਾੜ ਸਾਰਿਆਂ ਨੇ ਹੱਥ ਜੋੜ ਕੇ ਆਖਿਆ, ਉਹੀ ਕਰੀ ਪ੍ਰਭੂ ਇਤੋਰੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਣਕ ਦੇ ਖੇਤ ਨਹੀਂ ਮਹਾਰਾਜ, ਇੱਥੇ ਤਾਂ ਕਾਹੀ ਖੜੀ ਹੈ, ਝਾੜੀਆਂ ਬੂਟੀਆਂ ਖੜੀਆਂ, ਇਹ ਕਣਕ ਨਹੀਂ ਹੈ। ਬਚ ਧੂਮ ਕਰੀ ਨਾ ਉਰੇ ਉਤਾਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੇ ਇਹੋ ਜਿਹੇ ਬਚਨ ਨਾ ਉਚਾਰੋ ਵੀ ਇੱਥੇ ਕਣਕ ਖੜੀ ਨਜ਼ਰ ਆ ਰਹੀ ਹੈ, ਇੱਥੇ ਕਣਕ ਹੋਵੇਗੀ। ਮੋਠ ਬਾਜਰੀ ਭਲੇ ਵਿਚਾਰੋ। ਕਹਿੰਦੇ ਮਹਾਰਾਜ ਸਾਨੂੰ ਤਾਂ ਇੱਥੇ ਮੋਠ ਬਾਜਰੀ ਭਲੀ ਹੈ, ਜਿਹੜੀ ਹੁੰਦੀ ਹੈ ਮਾੜੀ ਮੋਟੀ ਮੀਂਹ ਦੇ ਨਾਲ ਖੇਤੀ ਹੋ ਜਾਂਦੀ ਹੈ, ਮੋਠ ਬਾਜਰੀ ਦੀ ਅਸੀਂ ਖਾ ਛੱਡਦੇ ਹਾਂ ਦਲੀਆ। ਤੇ ਮਹਾਰਾਜ ਸੱਚੇ ਪਾਤਸ਼ਾਹ ਮੋਠ ਬਾਜਰੀ ਦੇ ਬਚਨ ਉਚਾਰੋ। ਚਿਤ ਗੋਤੂਮ ਜੇ ਨਾ ਉਪਾਵੇਂ। ਮਹਾਰਾਜ ਸੱਚੇ ਪਾਤਸ਼ਾਹ ਜੇ ਇਸ ਜਗ੍ਹਾ ਦੇ ਉੱਤੇ, ਇਸ ਧਰਤੀ ਦੇ ਉੱਤੇ ਕਣਕ ਆਦਿਕ ਅੰਨ ਹੋਣ ਲੱਗ ਪਿਆ, ਤੁਰਕ ਦੇਖ ਦੁਖ ਚੜ ਚਲ ਆਵੇਂ। ਮਹਾਰਾਜ ਸੱਚੇ ਪਾਤਸ਼ਾਹ ਫਿਰ ਤੁਰਕਾਂ ਨੇ ਕੀ ਸਾਨੂੰ ਇੱਥੇ ਰਹਿਣ ਦੇਣਾ? ਉਹ ਸਰਹੰਦ ਦੇ ਸੂਬੇ ਵਰਗੇ, ਲਾਹੌਰ ਦੇ ਸੂਬੇ ਵਰਗੇ ਚੜ ਕੇ ਆ ਜਾਣਗੇ ਤੇ ਸਾਨੂੰ ਇੱਥੋਂ ਉਜਾੜ ਦੇਣਗੇ, ਉਹਨਾਂ ਨੇ ਸਾਨੂੰ ਰਹਿਣ ਨਹੀਂ ਦੇਣਾ, ਆਹ ਧਰਤੀ ਤੇ ਕਾਬਜ ਹੋ ਜਾਣਗੇ ਆ ਕੇ। ਸੁਨ ਕਰ ਸ੍ਰੀ ਮੁਖ ਤੇ ਮੁਸਕਾਈ।
ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਇਹਨਾਂ ਬਰਾੜਾਂ ਦੀ ਗੱਲ ਸੁਣੀ ਨਾ, ਸਤਿਗੁਰੂ ਜੀ ਮੁਸਕਰਾਏ। ਲਖ ਮਤ ਹੀਨੇ ਮੌਨ ਰਹਾਈ। ਮਹਾਰਾਜ ਨੇ ਕੋਈ ਬਚਨ ਨਾ ਕੀਤਾ, ਸਗੋਂ ਇਹਨਾਂ ਨੂੰ ਮਤਹੀਣੇ ਜਾਣ ਕੇ, ਛੋਟੀ ਮੱਤ ਵਾਲੇ ਜਾਣ ਕੇ, ਮੋਟੇ ਦਿਮਾਗ ਦੇ ਜੱਟ ਜਾਣ ਕੇ ਸਤਿਗੁਰੂ ਜੀ ਚੁੱਪ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਸੋਚਦੇ ਐ, ਕਹਿੰਦੇ ਇਹ ਭਾਈ ਜਿਹੜੇ ਬਰਾੜ ਆ ਨਾ, ਕਹਿੰਦੇ ਦੇਖੋ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਸੋਚ ਰਹੇ ਐ। ਕਹਿੰਦੇ ਇਹ ਨਹੀਂ ਜਾਣਦੇ ਵੀ ਤੁਰਕਾਂ ਨੂੰ ਤਾਂ ਅਸੀਂ ਅਦਾ ਕਰ ਦਿੱਤਾ, ਤੁਰਕਾਂ ਦਾ ਰਾਜ ਤਾਂ ਅਸੀਂ ਖਤਮ ਕਰ ਦਿੱਤਾ, ਉਹਨਾਂ ਦੇ ਰਾਜ ਨੂੰ ਰੁਖਸਤ ਕਰ ਦਿੱਤਾ ਹੈ। ਕਿਉਂ? ਸਤਿਗੁਰੂ ਜੀ ਨੇ ਦੀਨੇ ਕਾਂਗੜ ਦੀ ਧਰਤੀ ਦੇ ਉੱਤੇ ਜਾਫਰਨਾਮਾ ਉਚਾਰਨ ਕੀਤਾ, ਤੇ ਇਹ ਜਾਫਰਨਾਮਾ ਮਹਾਰਾਜ ਨੂੰ ਤਾਂ ਪਤਾ ਵੀ ਜਾਫਰਨਾਮਾ ਔਰੰਗਜ਼ੇਬ ਕੋਲੇ ਪੜ੍ਹੇਗਾ। ਜਾਫਰਨਾਮਾ ਪੜ੍ਹ ਕੇ ਜਿਸ ਤਰ੍ਹਾਂ ਦੇ ਬਚਨ ਤੀਰਾਂ ਵਰਗੇ ਸਤਿਗੁਰੂ ਜੀ ਨੇ ਉਹਦੇ ਵਿੱਚ ਲਿਖਿਆ, ਔਰੰਗਜ਼ੇਬ ਦੀ ਮੌਤ ਹੋ ਜਾਣੀ ਹੈ। ਔਰ ਪਹਿਲੇ ਜਾਮੇ ਵਿੱਚ ਜੋ ਇਹਨਾਂ ਦੀਆਂ 7 ਪੁਸ਼ਤਾਂ ਨੂੰ ਰਾਜ ਭਾਗ ਬਖਸ਼ਿਆ ਸੀ, ਇਹ ਜ਼ੁਲਮੀ ਹੋ ਗਏ ਤੁਰਕ। ਸੋ ਇਸ ਕਰਕੇ ਇਹਨਾਂ ਦੇ ਰਾਜ ਭਾਗ ਦਾ ਅੰਤਮ ਸਮਾਂ ਆ ਗਿਆ ਵੀ ਤੁਰਕ ਕਿੱਥੋਂ ਰਹਿਣਗੇ, ਤੁਰਕਾਂ ਦਾ ਰਾਜ ਤਾਂ ਅਸੀਂ ਖਤਮ ਕਰ ਦੇਣਾ। ਮਹਾਰਾਜ ਕਹਿੰਦੇ ਇਹ ਸਾਰੇ ਬਚਨ ਜਿਹੜੇ ਐ ਇਹ ਭਾਈ ਡੱਲੇ ਹੋਰਾਂ ਨੇ ਕਿਹੜਾ ਨਹੀਂ ਸੁਣੇ ਸੀ ਵੀ ਮਹਾਰਾਜ ਨੇ ਜਾਫਰਨਾਮਾ ਲਿਖਿਆ, ਜਾਂ ਗੁਰੂ ਮਹਾਰਾਜ ਨੇ ਜਿਹੜੇ ਬਚਨ ਭਾਈ ਕਪੂਰੇ ਚੌਧਰੀ ਦੇ ਨਾਲ ਕੀਤੇ ਐ, ਢਿਲਵਾਂ ਵਿਖੇ ਰਾਏ ਕੌਲ ਸੋਢੀ ਦੇ ਨਾਲ ਕੀਤੇ ਐ, ਜਾਂ ਰਾਏਕੋਟ ਦੀ ਧਰਤੀ ਦੇ ਉੱਤੇ ਸਤਿਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਪੱਟ ਕੇ ਤੀਰ ਦੀ ਨੋਕ ਨਾਲ ਆਖਿਆ ਵੀ ਅਸੀਂ ਤੁਰਕ ਰਾਜ ਦੀ ਜੜ ਪੱਟ ਦਿੱਤੀ ਹੈ। ਇਹ ਸਾਰੇ ਬਚਨ ਸੁਣੇ ਸੀ, ਪਰ ਫਿਰ ਵੀ ਇਹਨਾਂ ਨੇ ਮਹਾਰਾਜ ਦੇ ਬਚਨਾਂ ਦੇ ਉੱਤੇ ਭਰੋਸਾ ਨਹੀਂ। ਹਲੇ ਵੀ ਕਹੀ ਜਾਂਦੇ ਆ ਵੀ ਤੁਰਕ ਆ ਕੇ ਸਾਨੂੰ ਉਜਾੜ ਦੇਣਗੇ, ਵੀ ਤੁਰਕਾਂ ਨੇ ਇੱਥੋਂ ਕਿੱਥੇ ਆ ਜਾਣਾ ਇੱਥੇ। ਮਹਾਰਾਜ ਸੱਚੇ ਪਾਤਸ਼ਾਹ ਇਹ ਸੋਚਦੇ ਆ ਵੀ ਹਲੇ ਵੀ ਇਹ ਮੋਟੀ ਮੱਤ ਵਾਲੇ ਜਿਹੜੇ ਬਰਾੜ ਜੱਟ ਹੈ ਮਾਲਵੇ ਦੇ, ਕਿਉਂ ਨਹੀਂ ਇਹਨਾਂ ਨੂੰ ਸਮਝ ਆਉਂਦੀ ਵੀ ਅਸੀਂ ਤੁਰਕਾਂ ਦਾ ਰਾਜ ਤਾਂ ਖਤਮ ਕਰ ਦਿੱਤਾ। ਕਿ ਗੁਰੂ ਦੇ ਜਿਹੜੇ ਵਾਕ ਹੈ ਸੋ ਇਹ ਤਾਂ ਹਮੇਸ਼ਾ ਹੀ ਅਟਲ ਹੈ। ਗੁਰੂ ਦੇ ਬਚਨ ਕਿਤੇ ਆਲੇ ਜਾਂਦੇ ਆ। ਤੁਰਕਾਂ ਦਾ ਰਾਜ ਤਾਂ ਦੇਖਣ ਨੂੰ ਹੀ 4 ਦਿਨਾਂ ਦੀ ਗੱਲ ਹੈ। ਜਿਵੇਂ ਖਾਲਸਾ ਜੀ ਘੁਣ ਖਾਧੀ ਲੱਕੜ ਹੁੰਦੀ ਹੈ ਨਾ, ਉਹ ਬਾਹਰੋਂ ਤਾਂ ਦੇਖਣ ਨੂੰ ਆਪਾਂ ਨੂੰ ਲੱਗਦਾ ਵੀ ਸਾਬਤੀ ਸਬੂਤੀ ਹੈ, ਪਰ ਅੰਦਰੋਂ ਖਾ ਕੇ ਨਾ ਘੁਣ ਨੇ ਉਹਨਾਂ ਕੀੜਿਆਂ ਨੇ ਪੋਲੀ ਕਰਤੀ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਮਝਦੇ ਨਹੀਂ ਇਸ ਗੱਲ ਨੂੰ ਵੀ ਤੁਰਕਾਂ ਦਾ ਰਾਜ ਤਾਂ ਉਹ ਘੁਣ ਖਾਧੀ ਲੱਕੜ ਵਰਗਾ, ਵੀ ਮਾੜੀ ਜੀ ਹਵਾ ਆਈ ਡਿੱਗਿਆ ਕਿ ਡਿੱਗਿਆ, ਅੰਦਰੋਂ ਖੋਖਲਾ। ਇਹਨਾਂ ਦੀਆਂ ਜੜ੍ਹਾਂ ਅਸੀਂ ਪੱਟ ਚੁੱਕੇ ਹਾਂ, ਜੜ੍ਹਾਂ ਖੋਖਲੀਆਂ ਕਰਤੀਆਂ, ਇਹਨਾਂ ਦਾ ਰਾਜ ਕਿਵੇਂ ਆ ਜਾਏਗਾ। ਇਹ ਮਤਹੀਣੇ ਲੋਕ ਸਮਝਦੇ ਨਹੀਂ। ਗੁਰੂ ਦੇ ਬਚਨ ਤਾਂ ਸਦਾ ਹੀ ਅਟਲ ਹਨ। ਸੋ ਇਹ ਬਚਨ ਕਰਨ ਤੋਂ ਬਾਅਦ ਮਹਾਰਾਜ ਚੁੱਪ ਕਰ ਗਏ ਤੇ ਕੁਝ ਕੁ ਦਿਨ ਹੋਰ ਬਤੀਤ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਫੇਰ ਉੱਚੀ ਜਗ੍ਹਾ ਦੇ ਉੱਤੇ ਬੈਠੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਲ ਪਾਣੀ ਸ਼ਰਦਾਈ ਵਗੈਰਾ ਛਕੀ ਹੈ। ਭਾਈ ਡੱਲੇ ਦੇ ਸਹਿਤ ਹੋਰ ਸਾਰਾ ਸਮੁਦਾਇ, ਸਾਰੀ ਸਿੱਖ ਸੰਗਤ ਸਤਿਗੁਰੂ ਦੇ ਚਰਨਾਂ ਵਿੱਚ ਬੈਠੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚੇਰੇ ਨੇਤਰ ਕੀਤੇ, ਅੱਖਾਂ ਉਤਾਂਹ ਨੂੰ ਚੱਕ ਕੇ ਦੂਰ ਤੱਕ ਵੇਖ ਕੇ ਬਚਨ ਆਖੇ। ਕਹਿੰਦੇ ਦੇਖੋ ਬਰਾੜੋ, ਅਸੀਂ ਦੂਰ ਤੱਕ ਦੇਖ ਰਹੇ ਹਾਂ ਤੇ ਸਾਨੂੰ ਨਜ਼ਰ ਆ ਰਿਹਾ ਹੈ। ਦੇਖੋ ਕਹਿੰਦੇ ਉਹ ਸਾਹਮਣੇ ਤੁਸੀਂ ਵੀ ਕਿੰਨਾ ਘਣਾ ਸੰਘਣਾ ਕਮਾਦ ਦਾ ਖੇਤ ਖੜਾ ਹੈ। ਦੇਖੋ ਕਹਿੰਦੇ ਫਿਰ ਇਹਨਾਂ ਜਿਹੜੇ ਕਮਾਦ ਦੇ ਖੇਤਾਂ ਵਿੱਚੋਂ, ਗੰਨੇ ਦੇ ਖੇਤਾਂ ਵਿੱਚੋਂ ਮਿਠਾਸ ਨਿਕਲੇਗੀ। ਉਸ ਮਿਠਾਸ ਨਾਲ ਘਰਾਂ ਵਿੱਚ ਮਿਠਾਈਆਂ ਤਿਆਰ ਹੋਣਗੀਆਂ, ਬਹੁਤ ਪ੍ਰਕਾਰ ਦੇ ਮਿੱਠੇ ਪਦਾਰਥ ਤਿਆਰ ਹੋਣਗੇ ਤੁਹਾਡੇ ਘਰਾਂ ਵਿੱਚ। ਔਰ ਤੁਹਾਡੇ ਭਲੇ ਵਾਸਤੇ ਕਹਿੰਦੇ ਅਸੀਂ ਇਹ ਕਮਾਦ ਪੈਦਾ ਕਰ ਦਿੱਤਾ ਹੈ, ਤੇ ਇਸ ਕਮਾਦ ਨਾਲ ਸਾਰੇ ਇਲਾਕੇ ਦਾ ਭਲਾ ਹੋਵੇਗਾ। ਸਾਰਾ ਇਲਾਕਾ ਬੜੇ ਸਵਾਦ ਨਾਲ ਪਦਾਰਥ ਛਕੇਗਾ। ਉਸ ਵੇਲੇ ਇਹ ਸਾਰੇ ਬਰਾੜ ਭਾਈ ਡੱਲਾ ਜੀ ਵਰਗੇ ਹੱਥ ਜੋੜ ਕੇ ਕਹਿੰਦੇ ਹਨ, ਕਹਿੰਦੇ ਨਾ ਮਹਾਰਾਜ, ਨਾ ਨਾ ਨਾ, ਇੱਥੇ ਕਹਿੰਦੇ ਕਮਾਦ ਦੇ ਖੇਤ, ਇੱਥੇ ਨਹੀਂ ਕੋਈ ਕਮਾਦ ਦੇ ਖੇਤ ਹੈਗੇ। ਇਹ ਤਾਂ ਮਹਾਰਾਜ ਤੁਸੀਂ ਕਿਰਪਾ ਕਰਤੀ, 2 ਵਾਰੀ ਜਿਹੜਾ ਮੀਂਹ ਪਵਾਤਾ ਨਾ ਬਚਨ ਕਰਕੇ, ਉਹ ਮੀਂਹ ਪੈਣ ਕਰਕੇ ਜਿਹੜਾ ਘਾਹ ਬੂਟੇ ਸਰਕੰਡਾ ਸਰਕੜਾ ਇਤਿਆਦਿਕ ਜਿਹੜੇ ਨਾ ਕੱਖ
ਕੱਖ ਕਾਨੇ ਬਹੁਤ ਉੱਚੇ ਉੱਚੇ ਲੰਮੇ ਵੱਧ ਗਏ, ਜਿਨ੍ਹਾਂ ਦਾ ਭੁਲੇਖਾ ਤੁਹਾਨੂੰ ਕਮਾਦ ਦਾ ਪੈਂਦਾ ਹੈ। ਇਹ ਕਮਾਦ ਨਹੀਂ ਹੈ, ਇਹ ਤੇ ਕੱਖ ਕੰਡੇ ਹਨ ਲੰਮੇ ਲੰਮੇ ਹੋਏ। ਸੋ ਅਗੇ ਤੁਮ ਦੇਖਤ ਭਈ ਮਹਾਰਾਜ ਉਹੀ ਤੁਸੀਂ ਦੇਖ ਰਹੇ ਹੋ। ਇਤਿਆਦਕ ਵਦ ਚਲਹਿ ਨ ਕੋਈ। ਤੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਇਹੋ ਜੀ ਕੋਈ, ਕਦੇ ਤੁਸੀਂ ਕਣਕ ਦੇ ਬਚਨ ਕਰਦੇ ਹੋ, ਕਦੇ ਕਮਾਦ ਦੇ ਬਚਨ ਕਰਦੇ ਹੋ, ਇਹੋ ਜੀ ਵਸਤੂ ਸਾਨੂੰ ਨਹੀਂ ਚਾਹੀਦੀ ਕੋਈ ਵੀ ਇੱਥੇ। ਮੋਠ ਬਾਜਰੀ ਨਿਪਜੈ ਜੋਈ। ਸਾਡੇ ਤਾਂ ਮਹਾਰਾਜ ਜਿਹੜੀ ਇੱਥੇ ਮੋਠ ਬਾਜਰੀ ਹੁੰਦੀ ਹੈ, ਸੋਈ ਭਲੀ ਐਸ ਦੇਸ਼। ਸਾਡੇ ਇਸ ਦੇਸ਼ ਵਿੱਚ, ਇਸ ਇਲਾਕੇ ਵਿੱਚ ਤਾਂ ਸਾਨੂੰ ਉਹੋ ਹੀ ਭਲੀ ਹੈ ਸਾਡੀ ਫਸਲ। ਨਾਇ ਤਾ ਪਹੁੰਚੈ ਤੁਰਕ ਵਿਸ਼ੇਸ਼। ਜੇ ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੀਆਂ ਫਸਲਾਂ ਇੱਥੇ ਕਣਕਾਂ ਹੋਣ ਲੱਗ ਪਈਆਂ, ਕਮਾਦ ਹੋਣ ਲੱਗ ਪਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਤਾਂ ਤੁਰਕ ਮਿੰਟੋ ਮਿੰਟੀ ਪਹੁੰਚ ਜਾਣਗੇ। ਸਰਬ ਭਾਂਤ ਦੇ ਦੁਖ ਬੁਝੈ। ਤੇ ਜੇ ਤੁਰਕ ਇੱਥੇ ਪਹੁੰਚ ਗਏ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਸਾਨੂੰ ਉਜਾੜ ਦੇਣਾ, ਇਲਾਕੇ ਤੇ ਕਬਜ਼ਾ ਕਰ ਲੈਣਾ, ਸਰ ਸਬਜ਼ ਜ਼ਮੀਨ ਦੇਖ ਕੇ, ਤੇ ਸਾਨੂੰ ਹਰ ਤਰ੍ਹਾਂ ਦੇ ਦੁੱਖ ਦੇਣਗੇ ਉਹ। ਕੋਜ ਪਾਏ ਕਰ ਹਾਰਾ ਲੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਇਲਾਕੇ ਤੇ ਕਬਜ਼ਾ ਕਰਕੇ, ਓਜ ਨਾਮ ਹੈ ਬਲ ਦਾ, ਬਲ ਪਾ ਕੇ ਨਾ ਜ਼ੋਰ ਧੰਗਾਣੇ, ਉਹ ਸਾਡੇ ਤੋਂ ਫਿਰ ਹਾਲਾ ਭਰਾਇਆ ਕਰਨਗੇ, ਟੈਕਸ ਲਿਆ ਕਰਨਗੇ। ਸੁਨ ਸ੍ਰੀ ਮੁਕਤੇ ਪੁਨ ਮੁਸਕਾਈ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਬਰਾੜਾਂ ਦੀ ਗੱਲ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਫਿਰ ਮੁਸਕਰਾ ਪਏ। ਕਿਉ ਤੁਮ ਆਪਣੇ ਭਲੇ ਨਾ ਭਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਿਉਂ ਤੁਹਾਨੂੰ ਆਪਣਾ ਭਲਾ ਨਹੀਂ ਚੰਗਾ ਲੱਗਦਾ? ਅਸੀਂ ਤੁਹਾਡੇ ਭਲੇ ਵਾਸਤੇ ਬਚਨ ਕਰ ਰਹੇ ਹਾਂ, ਪਰ ਤੁਹਾਨੂੰ ਆਪਣਾ ਭਲਾ ਹੁੰਦਾ, ਤੁਹਾਨੂੰ ਆਪਣਾ ਚੰਗਾ ਹੁੰਦਾ, ਕਿਉਂ ਨਹੀਂ ਭਾਉਂਦਾ? ਆਮੀ ਪੁਰ ਸਰਹੰਦ ਕੀ ਸਾਰੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਜਿਹੜੀ ਸਰਹੰਦ ਦੀ ਅਵਨੀ ਨਾਮ ਧਰਤੀ ਦਾ, ਸਰਹੰਦ ਦੀ ਸਰਸਬਜ਼ ਧਰਤੀ ਹੈ ਨਾ, ਜਿਹੜੀ ਜ਼ਰਖੇਜ਼ ਭੂਮੀ ਹੈ, ਜਿੱਥੇ ਬਹੁਤ ਤਕੜੀਆਂ ਫਸਲਾਂ ਹੁੰਦੀਆਂ ਹਨ, ਉਹ ਭੂਮੀ ਸਰਹੰਦ ਦੀ। ਇਹਾਂ ਲਗਾਵਨ ਹਿਤ ਚਾਰੀ। ਅਸੀਂ ਤਾਂ ਜਿਹੜੇ ਇਹ ਬਚਨ ਉਚਾਰੇ ਆ ਨਾ, ਇਸ ਕਰਕੇ ਉਚਾਰਨ ਕੀਤੇ ਆ ਵੀ ਉਹ ਸਾਰੀ ਧਰਤੀ ਦਾ ਟੁਕੜਾ ਕੱਟ ਕੇ ਇੱਥੇ ਲਾ ਦਈਏ। ਭਲੇ ਪਦਾਰਥ ਜੇ ਤੋ ਜੇ ਤੈ ਹੁਤ। ਜਿਹੜੇ ਉੱਥੇ ਬਹੁਤ ਚੰਗੇ ਚੰਗੇ ਪਦਾਰਥ ਹੁੰਦੇ ਆ ਸਰਹੰਦ ਦੀ ਜ਼ਰਖੇਜ਼ ਭੂਮੀ ਦੇ ਉੱਤੇ, ਸਗਲੇ ਬਜਤ ਸਵਾਦ ਇਤੀ। ਉਹ ਸਾਰੇ ਸਵਾਦਲੇ ਪਦਾਰਥ ਇੱਥੇ ਪੈਦਾ ਹੋਇਆ ਕਰਨਗੇ। ਇੱਕ ਦਿਨ ਹੋਏ ਤੁਰਕ ਵਿਨਾਸੀ। ਕਿਉਂਕਿ ਕੁਝ ਕੁ ਸਮੇਂ ਤੱਕ ਜਿਹੜਾ ਤੁਰਕਾਂ ਦਾ ਰਾਜ ਭਾਗ ਹੈ, ਇਹਨੇ ਨਾਸ਼ ਹੋ ਜਾਣਾ ਹੈ, ਰਾਜ ਖਾਲਸੇ ਕੋ ਹੋਏ ਰਾਸੀ। ਔਰ ਖਾਲਸੇ ਦਾ ਰਾਜ ਭਾਗ ਕਾਇਮ ਹੋਣਾ ਹੈ। ਅਸੀਂ ਖਾਲਸੇ ਨੂੰ ਰਾਜ ਭਾਗ ਬਖਸ਼ ਦੇਣਾ। ਰਿਆਸਤਾਂ ਦੇ ਮਾਲਕ ਸਿੱਖ ਸਰਦਾਰ ਹੋਣਗੇ, ਹੰਨੇ ਹੰਨੇ ਦੀ ਸਰਦਾਰੀ ਅਸੀਂ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰ ਦੇਣੀ ਹੈ। ਇਹ ਤੁਰਕਾਂ ਦਾ ਰਾਜ ਅਸੀਂ ਖਤਮ ਕਰ ਦੇਣਾ ਹੈ। ਤੇ ਅਸੀਂ ਚਾਹੁੰਦੇ ਸੀ ਵੀ ਹੁਣੇ ਹੀ, ਇਸ ਵੇਲੇ ਹੀ, ਉਹ ਸਰਹੰਦ ਦੀ ਧਰਤੀ ਦਾ ਜਿਹੜਾ ਟੁਕੜਾ ਨਾ, ਉਪਜਾਊ ਜ਼ਮੀਨ, ਉਹ ਤੁਹਾਡੇ ਆ ਮਾਰੂਥਲਾਂ ਟਿੱਬਿਆਂ ਦੇ ਵਿੱਚ ਲਿਆ ਕੇ ਲਾ ਦੇਣੀ। ਅਸੀਂ ਖਾਲਸੇ ਨੂੰ ਰਾਜ ਬਖਸ਼ਣਾ ਚਾਹੁੰਦੇ ਆ, ਆ ਧਰਤੀ ਨੂੰ ਸਰਸਬਜ਼ ਕਰਨਾ ਚਾਹੁੰਦੇ ਆ। ਇੱਥੇ ਅੰਨ ਕਮਾਦ ਕਪਾਹਾਂ ਦੇ ਖੇਤ ਹੋਣ, ਇੱਥੇ ਗੰਨੇ ਦੀ ਫਸਲ ਹੋਵੇ, ਸਵਾਦਲੇ ਪਦਾਰਥ ਇਹ ਧਰਤੀ ਦੇ ਉੱਤੇ ਪੈਦਾ ਹੋਣ। ਪਰ ਕਹਿੰਦੇ ਭਾਈ ਤੁਸੀਂ ਇਸ ਗੱਲ ਨੂੰ ਸਤ ਬਚਨ ਹੀ ਨਹੀਂ ਕਹਿ ਰਹੇ। ਤੁਰਕਾਂ ਦੇ ਰਾਜ ਤੋਂ, ਤੁਰਕਾਂ ਤੋਂ ਡਰੀ ਜਾਂਦੇ ਆ, ਕਹਿੰਦੇ ਤੁਰਕਾਂ ਦਾ ਰਾਜ ਤਾਂ ਨਾਸ਼ ਹੋ ਜਾਵੇਗਾ। ਮੋਠ ਬਾਜਰੀ ਅੰਗੀਕਾਰ। ਤੁਸੀਂ ਆਪਣੀ ਉਹੀ ਮੱਤ ਲੈ ਕੇ ਮੋਠ ਬਾਜਰੀ ਨੂੰ ਅੰਗੀਕਾਰ ਕਰੀ ਜਾਂਦੇ ਹੋ। ਤੁਸੀਂ ਕਹਿੰਦੇ ਹੋ ਸਾਨੂੰ ਤਾਂ ਮੋਠ ਬਾਜਰਾ ਹੀ ਭਲਾ ਹੈ। ਇਉਂ ਭਾਈ ਸਤਿਗੁਰੂ ਕਈ ਵਾਰ ਬਖਸ਼ਿਸ਼ਾਂ ਕਰਦੇ ਐ, ਤੇ ਜੇ ਅੱਗੋਂ ਬਖਸ਼ਿਸ਼ ਲੈਣ ਵਾਲਾ ਲੈਣਾ ਹੀ ਨਾ ਚਾਹੇ, ਉਹਨਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਹੀ ਨਾ ਬਣੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਰਨ? ਸਤਿਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਪੂਰਾ ਹੈ ਪਰ ਅਗਾਂਹ ਸਿੱਖ ਨਹੀਂ ਪੂਰਨ, ਉਹਨੂੰ ਮੰਗਣਾ ਹੀ ਨਹੀਂ ਆਉਂਦਾ, ਤੇ ਫਿਰ ਗੁਰੂ ਕੀ ਕਰੇਗਾ? ਵਰਸਣ ਵਾਲਾ ਮੇਘ ਤਾਂ ਵਰਸਦਾ ਹੈ, ਪਰ ਜੇ ਗਾਂ ਖੇਤ ਨਹੀਂ ਪਾਣੀ ਝੱਲਦਾ, ਖੇਤ ਵਿੱਚ ਪਾਣੀ ਖੜਦਾ ਨਹੀਂ, ਪੱਥਰ ਤੱਪੜ ਬਣੀ ਪਈ ਹੈ ਭੂਮੀ ਜ਼ਮੀਨ, ਤਾਂ ਉਹ 'ਚ ਫਿਰ ਬੱਦਲਾਂ ਦਾ ਕੀ ਕਸੂਰ ਹੈ? ਤੇ ਇਸੇ ਤਰ੍ਹਾਂ ਗੁਰੂ ਬਖਸ਼ਿਸ਼ਾਂ ਕਰਦਾ। ਜੇ ਗਾਂ ਸਿੱਖ ਨਹੀਂ ਮੰਨਦਾ, ਭੇਤ ਦਿੰਦਾ ਗੁਰੂ ਨੂੰ ਵੀ ਮੇਰੇ 'ਚ ਆਹ ਘਾਟ ਹੈ, ਤੇ ਫਿਰ ਗੁਰੂ ਉੱਥੇ ਕੀ ਕਰੇਗਾ? ਵਰਸਣ ਵਾਲਾ ਵਰਸਦਾ, ਖੇਤ ਨਾ ਝੱਲੇ ਪਾਣੀ, ਜੇ ਖੇਤ ਪਾਣੀ ਨਹੀਂ ਝੱਲਦਾ ਤੇ ਫਿਰ ਸਤਿਗੁਰੂ ਕੀ ਕਰਨਗੇ? ਵਰਸਣ ਵਾਲਾ ਵਰਸਦਾ, ਪਾਣੀ ਝੱਲੇ ਨਾ ਖੇਤ, ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖ ਨਾ ਦੇਵੇ ਭੇਤ।
ਜੇ ਸਿੱਖ ਹੀ ਨਹੀਂ ਮੰਨਦਾ, ਭੇਤ ਦਿੰਦਾ, ਮਹਾਰਾਜ ਸਾਹਮਣੇ ਆਪਣੇ ਔਗਣ ਉਜਾਗਰ ਕਰਦਾ ਵੀ ਮਹਾਰਾਜ ਮੇਰੇ 'ਚ ਆਹ ਘਾਟ ਆ, ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਤਾਂ ਕਰੀਏ ਤੇ ਆਪਣੇ ਔਗਣਾਂ ਨੂੰ ਲੁਕੋ ਕੇ ਰੱਖੀਏ, ਤੇ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਕਿਵੇਂ ਲਵਾਂਗੇ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਬਚਨ ਕਰ ਰਹੇ ਹਾਂ, ਪਰ ਤੁਸੀਂ ਬਰਾੜੋ, ਤੁਸੀਂ ਮੋਠ ਬਾਜਰੀ ਨੂੰ ਹੀ ਵਾਰ-ਵਾਰ ਅੰਗੀਕਾਰ ਕਰਦੇ ਹੋ ਵੀ ਸਾਡੇ ਵਾਸਤੇ ਤਾਂ ਮੋਠ ਬਾਜਰਾ ਹੀ ਚੰਗਾ ਹੈ, ਤੇ ਤੁਸੀਂ ਕਹਿੰਦੇ ਹੋ ਵੀ ਸਾਡੇ ਦੇਸ਼ ਵਿੱਚ ਹੋਰ ਕੁਝ ਹੋਵੇ ਹੀ ਨਾ, ਇਉਂ ਆਖ ਰਹੇ ਹੋ। ਸਤਿਗੁਰੂ ਜੀ ਨੇ ਬਚਨ ਕੀਤੇ ਮੋਟੀ ਬੁੱਧੀ ਵਾਲੇ ਜੱਟਾਂ ਦੀ ਅਕਲ ਨੂੰ ਵੇਖ ਕੇ, ਬਰਾੜਾਂ ਦੀ ਅਕਲ ਨੂੰ ਵੇਖ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਵਾ ਜਾਮ, ਸਵਾ ਪਹਿਰ ਦਿਨ ਜਦੋਂ ਤੱਕ ਨਹੀਂ ਚੜ੍ਹਦਾ, ਓਨੀ ਦੇਰ ਤੱਕ ਤੁਹਾਨੂੰ ਮੱਤ ਨਹੀਂ ਆਉਂਦੀ, ਓਨੀ ਦੇਰ ਤੱਕ ਤੁਹਾਡੀ ਮੱਤ ਸਥਿਰ ਨਹੀਂ ਹੁੰਦੀ। ਸਵਾ ਪਹਿਰ ਦਿਨ ਚੜ੍ਹਦਾ, ਕਿਤੇ ਦਿਨ ਦੇ ਚੜ੍ਹੇ ਤੋਂ ਮਾੜੀ ਮੋਟੀ ਤੁਹਾਨੂੰ ਅਕਲ ਆਉਂਦੀ ਹੈ। ਕਹਿੰਦੇ ਬਚਨਾਂ ਨੂੰ ਹਟਾਉਂਦੇ ਹੀ ਰਹੇ ਤੁਸੀਂ, 7 ਬਚਨ ਕਰਕੇ ਮੰਨਿਆ ਨਹੀਂ ਇੱਕ ਵੀ ਬਚਨ। ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਲੇਕਿਨ ਫਿਰ ਵੀ ਸੁਣੋ, ਇਸ ਇਲਾਕੇ ਦੇ ਵਿੱਚ ਕਹਿੰਦੇ ਹੌਲੀ ਹੌਲੀ ਸਭ ਕੁਝ ਹੋਵੇਗਾ, ਇੱਥੇ ਕਣਕਾਂ ਦੇ ਖੇਤ ਵੀ ਪੈਦਾ ਹੋਣਗੇ, ਦਿਨ ਪ੍ਰਤੀ ਦਿਨ ਇੱਥੇ ਬਹੁਤ ਵਸਤੂਆਂ ਹੋਣਗੀਆਂ, ਦਿਨ ਪ੍ਰਤੀ ਦਿਨ ਵਾਧਾ ਹੋਵੇਗਾ ਖੇਤੀ ਦੇ ਵਿੱਚ। ਬਾਕੀ ਕਹਿੰਦੇ ਭਾਈ ਤੁਸੀਂ 7 ਬਚਨ ਨਹੀਂ ਕਿਹਾ, ਆਪਣਾ ਕੰਮ ਜਿਹੜਾ ਨਾ ਇਹ ਤੁਸੀਂ ਆਪ ਹੀ ਵਿਗਾੜ ਲਿਆ ਹੈ। ਜਿਵੇਂ ਅਸੀਂ ਵਾਕ ਉਚਾਰੇ ਬਚਨ ਆਕੇ, ਤੁਸੀਂ 7 ਬਚਨ ਕਹਿ ਕੇ ਮੰਨੇ ਨਹੀਂ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀਆਂ ਵਸਤੂਆਂ ਇਸ ਇਲਾਕੇ ਵਿੱਚ, ਕਹਿੰਦੇ ਅਸੀਂ ਹੁਣੇ ਹੀ ਸਾਰੀਆਂ ਚੀਜ਼ਾਂ ਪੈਦਾ ਕਰ ਦੇਣੀਆਂ ਸੀ। ਦੇਖੋ ਮਹਾਰਾਜ ਦੀਆਂ ਬਖਸ਼ਿਸ਼ਾਂ, ਕਿਉਂਕਿ ਉਹਨਾਂ ਦੇ ਵੱਸ ਵਿੱਚ ਆ ਨਾ, ਇੱਕ ਪਲ ਦੇ ਵਿੱਚ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਉਹ 1 ਮਿੰਟ ਦੇ ਵਿੱਚ ਜਲ ਨੂੰ ਥਲ ਕਰ ਦੇਣ, ਥਲਾਂ ਦੇ ਵਿੱਚ ਜਲ ਵਗਾ ਦੇਣ, ਪਹਾੜਾਂ ਨੂੰ ਡੂੰਘੇ ਖੂਹ ਬਣਾ ਦੇਣ ਤੇ ਡੂੰਘੇ ਖੂਹਾਂ ਨੂੰ ਉੱਚੇ ਪਹਾੜ ਬਣਾ ਦੇਣ। ਇਹ ਗੁਰੂ ਵਿੱਚ ਸਮਰੱਥਾ ਹੈ। ਸਤਿਗੁਰੂ ਜੀ ਕਹਿੰਦੇ ਬਰਾੜੋ, ਜੇ ਕਹਿੰਦੇ 7 ਬਚਨ ਕਹਿ ਦਿੰਦੇ ਸਾਰਾ ਕੁਝ ਅਸੀਂ ਹੁਣੇ ਐਸੇ ਵੇਲੇ ਕਰ ਦੇਣਾ ਸੀ, ਪਰ ਤੁਸੀਂ 7 ਬਚਨ ਨਹੀਂ ਆਖਿਆ, ਹੋਵੇਗਾ ਤਾਂ ਸਭ ਕੁਝ, ਪਰ ਹੁਣ ਸਨੇ ਸਨੇ ਹੌਲੀ ਹੌਲੀ ਹੋਵੇਗਾ। ਭਾਈ ਡਲ ਸਿੰਘ ਤੇ ਹੋਰ ਉਹਦੇ ਨਾਲ ਜਿਹੜੇ ਬਹੁਤ ਸਾਰੇ ਬੈਰਾੜ ਹਨ, ਜਦੋਂ ਉਹਨਾਂ ਨੇ ਦੇਖਿਆ ਵੀ ਮਹਾਰਾਜ ਇੰਨੀਆਂ ਬਖਸ਼ਿਸ਼ਾਂ ਕਰ ਰਹੇ ਸਨ ਸਾਨੂੰ, ਤੇ ਅਸੀਂ 7 ਬਚਨ ਨਹੀਂ ਆਖਿਆ, ਬਹੁਤ ਪਛਤਾਵੇ ਦੇ ਵਿੱਚ ਇਹ ਚੁੱਪ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਆਸ਼ਾ ਸੀ ਨਾ, ਮਨ ਦੀ ਭਾਵਨਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀਆਂ ਬਖਸ਼ਿਸ਼ਾਂ ਕਰਨ ਲੱਗੇ ਸਨ ਨਾ, ਉਸ ਵੇਲੇ ਗੁਰੂ ਮਹਾਰਾਜ ਜੀ ਦੇ ਆਸ਼ੇ ਨੂੰ, ਗੁਰੂ ਮਹਾਰਾਜ ਜੀ ਦੇ ਉਦੇਸ਼ ਨੂੰ ਇਹ ਜਾਣ ਨਾ ਸਕੇ, ਤੇ ਹਿਰਦੇ ਦੇ ਵਿੱਚ ਇਹਨਾਂ ਨੇ ਮਹਾਰਾਜ ਦੇ ਬਚਨਾਂ ਤੇ ਉਸ ਵੇਲੇ ਪਹਿਲੇ ਦੂਜੇ ਬਚਨ ਦੇ ਉੱਤੇ ਇਹਨਾਂ ਨੇ ਧੀਰਜ ਨਾ ਧਾਰਿਆ। ਮਹਾਰਾਜ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਨਾ, ਸਗੋਂ ਅੱਗੋਂ ਸਵਾਲ ਜਵਾਬ ਕਰਦੇ ਰਹੇ ਮਹਾਰਾਜ ਨੂੰ। ਨਹੀਂ ਮਹਾਰਾਜ ਤੁਹਾਨੂੰ ਭੁਲੇਖਾ ਪੈਂਦਾ ਹੈ, ਤੁਸੀਂ ਉਹ ਸਰਹੰਦ ਦੀ ਧਰਤੀ ਤੋਂ ਆਏ ਹੋ, ਉਸ ਇਲਾਕੇ ਵਿੱਚੋਂ ਜਰਖੇਜ ਭੂਮੀ ਤੋਂ, ਸਰ ਸਬਜ਼ ਭੂਮੀ ਤੋਂ ਆਏ ਹੋ, ਉਪਜਾਈ ਭੂਮੀ ਤੋਂ, ਇਸ ਕਰਕੇ ਤੁਹਾਨੂੰ ਇੱਥੇ ਭੁਲੇਖਾ ਪੈ ਰਿਹਾ। ਮਹਾਰਾਜ ਕਹਿੰਦੇ ਬਰਾੜੋ, ਜੇ 7 ਬਚਨ ਕਹਿ ਦਿੰਦੇ ਨਾ, ਅੱਜੇ ਇਸੇ ਪਲ ਸਭ ਕੁਝ ਕਰ ਦੇਣਾ ਸੀ। ਹੁਣੇ ਇੱਥੇ ਕਣਕ ਪੈਦਾ ਕਰ ਦਿੰਦੇ, ਹੁਣੇ ਇੱਥੇ ਕਮਾਦ ਦੇ ਖੇਤ ਪੈਦਾ ਕਰ ਦਿੰਦੇ ਅਸੀਂ, ਪਰ ਤੁਸੀਂ 7 ਬਚਨ ਨਹੀਂ ਆਖਿਆ। ਸਤਿਗੁਰੂ ਜੀ ਕਹਿੰਦੇ ਲੇਕਿਨ ਅਸੀਂ ਬੜੇ ਪ੍ਰਸੰਨ ਹੈ, ਆ ਮਾਲਵੇ ਦੇ ਲੋਕਾਂ ਨੇ ਚਾਹੇ ਮੋਟੀ ਬੁੱਧੀ ਦੇ ਹੈ, ਪਰ ਇਹਨਾਂ ਨੇ ਸੇਵਾ ਭਾਵਨਾ ਨਾਲ ਬਹੁਤ ਕੀਤੀ ਹੈ, ਇਸ ਕਰਕੇ ਤੁਹਾਡੀ ਸੇਵਾ ਤੋਂ ਤੁਸੀਂ ਜਾਂਬਾਜ਼ ਬੜੇ ਹੋ। ਤੁਸੀਂ ਪ੍ਰਵਾਹ ਨਹੀਂ ਕੀਤੀ ਕਿਸੇ ਔਰੰਗਜ਼ੇਬ ਦੀ ਜਾਂ ਉਹਦੇ ਸੂਬਿਆਂ ਦੀ, ਉਹਨਾਂ ਨੂੰ ਵੀ ਠੋਕਮਾ ਜਵਾਬ ਦਿੱਤਾ ਹੈ ਵੀ ਗੁਰੂ ਸਾਡੇ ਮਹਿਮਾਨ ਹੈ, ਗੁਰੂ ਸਾਡੇ ਸਿਰ ਦੇ ਨਾਲ ਹੈ, ਸਾਡੀ ਸਿੱਖੀ ਗੁਰੂ ਦੇ ਚਰਨਾਂ ਦੇ ਨਾਲ ਨਿਭੇਗੀ, ਗੁਰੂ ਦੀ ਵਾਹ ਵੱਲ ਨਹੀਂ ਤੁਸੀਂ ਤੁਰਕੋ ਵੇਖ ਸਕਦੇ। ਜਦੋਂ ਹਮਲਾ ਕਰਨਾ ਕਰਕੇ ਵੇਖ ਲਓ, ਡਟ ਕੇ ਮੁਕਾਬਲਾ ਕਰਾਂਗੇ। ਇਉਂ ਸਤਿਗੁਰੂ ਜੀ ਨਾ ਇਹਨਾਂ ਦੀਆਂ ਗੱਲਾਂ ਤੋਂ, ਇਹਨਾਂ ਦੇ ਭੋਲੇ ਭਾਅ ਮੋਟੀ ਮੱਤ ਵਾਲੇ ਸੁਭਾਅ ਤੋਂ ਪ੍ਰਸੰਨ ਵੀ ਬਹੁਤ ਹੈ।
ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ। ਮਾਲਵੇ ਨੂੰ ਸਤਿਗੁਰੂ ਜੀ ਨੇ ਮਾਲੋ ਮਾਲ ਹੋਣ ਦੇ ਬਚਨ ਕਰਤੇ ਡੱਲਿਆ, ਬਰਾੜੋ ਇਹ ਮਾਲਵਾ ਅਸੀਂ ਮਾਲੋ ਮਾਲ ਕਰਤਾ, ਇਹ ਗੁਰੂ ਕਾ ਮਾਲਵਾ ਕਹਾਵੇਗਾ। ਜੰਗਲ ਦੇਸ਼ ਕਹਿੰਦੇ ਹੁੰਦੇ ਸੀ ਇਸ ਧਰਤੀ ਨੂੰ, ਮਹਾਰਾਜ ਨੇ ਆਪ ਨਾਮ ਰੱਖਿਆ ਮਾਲਵਾ, ਗੁਰੂ ਕਾ ਮਾਲਵਾ। ਭਾਈ ਇਹ ਗੁਰੂ ਕਾ ਮਾਲਵਾ, ਕਦੇ ਨਹੀਂ ਆਖਿਆ ਗੁਰੂ ਕਾ ਆਨੰਦਪੁਰ, ਕਦੇ ਨਹੀਂ ਆਖਿਆ ਗੁਰੂ ਕਾ ਦੁਆਬਾ, ਗੁਰੂ ਕਾ ਮਾਝਾ। ਜੇ ਆਖਿਆ ਤਾਂ ਸਤਿਗੁਰੂ ਕਹਿੰਦੇ ਗੁਰੂ ਕਾ ਮਾਲਵਾ। ਇੰਨੀਆਂ ਬਖਸ਼ਿਸ਼ਾਂ ਇਹ ਮਾਲਵੇ ਦੀ ਧਰਤੀ ਦੇ ਉੱਤੇ ਡੱਲਿਆ ਭਾਈ ਡੱਲ ਸਿੰਘ। ਇਹ ਮਾਲਵਾ ਮਾਲੋ ਮਾਲ ਹੋ ਜਾਏਗਾ, ਪਰ ਹੋਵੇਗਾ ਹੁਣ ਸਮਾਂ ਪਾ ਕੇ। ਤੇ ਅੱਜ ਦੇਖੋ ਖਾਲਸਾ ਜੀ, ਦਮਦਮਾ ਸਾਹਿਬ ਦੀ ਧਰਤੀ ਉੱਤੇ ਜਾਈਏ, ਕੀ ਉੱਥੇ ਕਣਕ ਨਹੀਂ ਹੁੰਦੀ, ਕੀ ਝੋਨਾ ਨਹੀਂ ਹੁੰਦਾ, ਕੀ ਕਮਾਦ ਕਪਾਹਾਂ ਦੇ ਖੇਤ ਨਹੀਂ ਆਪਾਂ ਝੂਲਦੇ ਵੇਖਦੇ, ਕੀ ਉੱਥੇ ਅੰਬਾਂ ਦੇ ਅੰਗੂਰਾਂ ਦੇ ਬਾਗ ਨਹੀਂ ਹੈਗੇ। ਸਾਰੀਆਂ ਬਖਸ਼ਿਸ਼ਾਂ ਗੁਰੂ ਮਹਾਰਾਜ ਦੀਆਂ ਉਸ ਧਰਤੀ ਉੱਤੇ। ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰਕੇ ਆਖਿਆ ਮਾਲਵਾ ਮਾਲੋ ਮਾਲ, ਗੁਰੂ ਕਾ ਮਾਲ। ਇਉਂ ਸਤਿਗੁਰੂ ਜੀ ਨੇ ਜਿਹੜੇ ਬਚਨ ਕੀਤੇ, ਬਾਅਦ ਵਿੱਚ ਇਹਨਾਂ ਨੂੰ ਯਕੀਨ ਆਇਆ, ਪਰ ਉਸ ਵੇਲੇ ਸਤਿਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਨਾ ਕਰ ਸਕੇ, ਨਹੀਂ ਤਾਂ ਉਸੇ ਸਮੇਂ ਸਭ ਕੁਝ ਹੋ ਜਾਣਾ ਸੀ। ਅੱਜ ਨਹਿਰਾਂ ਵੀ ਵਗਦੀਆਂ, ਅੱਜ ਭੂਮੀ ਬੜੀ ਉਪਜਾਊ ਹੈ ਮਾਲਵੇ ਦੀ, ਔਰ ਖੁੱਲੀਆਂ ਖੇਤੀਆਂ ਬਹੁਤ। ਜਿਵੇਂ ਆ ਦੁਆਬੇ ਦੇ ਵਿੱਚ ਤਾਂ ਥੋੜੇ ਥੋੜੇ ਖੇਤ ਆ ਨਾ, ਥੋੜੇ ਥੋੜੇ ਖੱਤੇ ਆ ਸਾਰਿਆਂ ਕੋਲੇ, ਤੇ ਉਧਰ ਤਾਂ ਸਾਧ ਸੰਗਤ ਜੀ ਆ 10-20 ਕਿੱਲੇ ਤਾਂ ਆਮ ਹੀ ਗੱਲ ਆ ਹਰੇਕ ਦੇ ਜ਼ਮੀਨ, ਖੁੱਲੀਆਂ ਜ਼ਮੀਨਾਂ, ਦੂਰ ਦੂਰ ਤੱਕ ਪਿੰਡ ਘੁੱਗ ਵਸਦਾ ਸਾਰਾ ਇਲਾਕਾ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨਾਲ ਹੈ ਸਭ ਕੁਝ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ਾਂ ਇਹ ਮਾਲਵੇ ਦੀ ਧਰਤੀ ਉੱਤੇ ਕੀਤੀਆਂ। ਇੱਥੇ ਇਸ ਪ੍ਰਸੰਗ ਦੀ ਵੀ ਸਮਾਪਤੀ ਹੈ, ਔਰ ਖਾਲਸਾ ਜੀ ਕਥਾ ਦਾ ਜਿਹੜਾ ਸਮਾਂ ਹੈ ਉਹਦੀ ਵੀ ਸੰਪੂਰਨਤਾ ਹੋ ਚੁੱਕੀ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਕੋਟਕਪੂਰੇ ਵਾਲਾ ਚੌਧਰੀ, ਉਹਦਾ ਇਤਿਹਾਸ ਆਵੇਗਾ ਕਪੂਰੇ ਚੌਧਰੀ ਦਾ, ਕਿਵੇਂ ਉਹਦੀ ਮੌਤ ਹੁੰਦੀ ਹੈ। ਈਸੇ ਖਾਂ, ਕੋਟ ਈਸੇ ਖਾਂ ਵਾਲਾ ਜਿਹੜਾ ਈਸੇ ਖਾਂ ਤੁਰਕ ਹੈ, ਸੋ ਇਹਨਾਂ ਦਾ ਆਪਸ ਵਿੱਚ ਝਗੜਾ ਕਿਵੇਂ ਹੋਵੇਗਾ, ਕਿਵੇਂ ਇੱਕ ਦੂਜੇ ਨੂੰ ਮਾਰਨਗੇ। ਸੋ ਇਹ ਸਾਰਾ ਪ੍ਰਸੰਗ ਜਿਹੜਾ ਇਹ ਆਪਾਂ ਇਤਿਹਾਸ ਦੀ ਲੜੀਵਾਰ ਕਥਾ ਪਰਸੋਂ ਸਰਵਣ ਕਰਾਂਗੇ, ਕਿਉਂਕਿ ਕੱਲ ਨੂੰ ਆਪ ਸਭ ਜੀ ਨੂੰ ਪਤਾ ਹੈ ਕਿ ਜਗਤ ਗੁਰੂ ਜ਼ਾਹਰ ਪੀਰ ਜਗਤ ਗੁਰ ਬਾਬਾ ਭਇਓ ਆਨੰਦ ਜਗਤ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਭਇਓ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਹੈ। ਇਸ ਕਰਕੇ ਕੱਲ ਨੂੰ ਆਪਾਂ ਵਿਸ਼ੇਸ਼ ਤੌਰ ਤੇ ਵਿਚਾਰ ਗੁਰਪੁਰਬ ਦੇ ਸੰਬੰਧ ਵਿੱਚ ਕਰਾਂਗੇ। ਅੱਜ ਵੀ ਨਗਰ ਦੇ ਵਿੱਚ ਨਗਰ ਕੀਰਤਨ ਵਿੱਚ ਬਹੁਤੀਆਂ ਸੰਗਤਾਂ ਸ਼ਾਮਲ ਹੋਈਆਂ, ਪਰ ਫਿਰ ਵੀ ਜਿਹੜੇ ਰੁਟੀਨ ਵਾਲੇ ਸਰੋਤੇ ਆ ਸੰਗਤਾਂ ਮਾਈ ਭਾਈ, ਉਹਨਾਂ ਨੇ ਸਮੇਂ ਅਨੁਸਾਰ ਆ ਕੇ ਕਥਾ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਸੇਵਾ, ਤੁਹਾਡੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਆਪਣੀ ਸਾਰਿਆਂ ਦੀ ਸੇਵਾ ਰਲ ਮਿਲ ਕੇ ਜਿਹੜੀ ਆਪਾਂ ਸਤਿਗੁਰੂ ਦੀ ਕਥਾ ਵਿਚਾਰਦੇ ਆ। ਤੇ ਆਓ ਹੁਣ ਆਪਾਂ ਸਤਿਗੁਰੂ ਜੀ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਣੀ, ਅਰਦਾਸ ਬੇਨਤੀ ਕਰਕੇ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਉਪਰੰਤ ਆਪਾਂ ਗੁਰਫਤਿਹ ਗਜਾਈਏ, ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਜਾਨ ਸਕੈ ਨੈ ਆਛੈ ਗੁਰ ਕੋ ਨਹਿ ਬਾਕਨ ਪਰ ਧੀਰਜ ਉਰ ਕੋ।